ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਪਦ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮੂਕ ਉਜਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਦਰਉ ਸੁਣੈ ਜਉ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੁਹੇ ਮਨ ਕਰਮ ਬਚਨ ਵਿਚਾਰ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੁਹੇ ਮਨ ਕਰਮ ਬਚਨ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਦੀਨਾਂ ਉੱਤੇ ਦਇਆਲਤਾ ਕਰਨ ਵਾਲੇ ਜੁਗੋ ਜੁਗ ਅਟਲ ਦਾਸ ਗੁਰੂ ਸਾਹਿਬਾਨਾਂ ਦੀ ਜਾਗਦੀ ਜੋਤ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਪ੍ਰਕਾਸ਼ ਅੰਮ੍ਰਿਤ ਵੇਲੇ ਹੋਇਆ ਹੈ। ਸਾਰੀ ਸੰਗਤ ਵਡਭਾਗੇ ਹਾਂ ਜੋ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦਿਦਾਰੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਕਰ ਰਹੇ ਹਾਂ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੋ ਅੰਮ੍ਰਿਤਮਈ ਗੁਰਬਾਣੀਆਂ ਦਾ ਨਿਤਨੇਮ ਹੋਇਆ ਤੇ ਹੁਣ ਜੋ ਸਮਾਂ ਹੋਇਆ ਹੈ ਲੜੀਵਾਰ ਕਥਾ ਵਿਚਾਰ ਦਾ, ਜਿਸ ਦੇ ਅੰਦਰ ਸੋਦਰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਨਿਤਨੇਮ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਦੇ ਅੰਦਰ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਮੇਂ ਜੋ 3 ਸ਼ਬਦ ਸਿੱਖਾਂ ਨੂੰ ਨਿਤਨੇਮ ਦੇ ਅੰਦਰ ਬਖਸ਼ਿਸ਼ ਕੀਤੇ ਸਨ, ਉਸ ਤੋਂ ਉਪਰੰਤ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 2 ਸ਼ਬਦ ਚੌਥੇ ਪਾਤਸ਼ਾਹ ਜੀਆਂ ਦਾ ਅਤੇ ਇੱਕ ਆਪਣਾ ਇਹ 5 ਸ਼ਬਦ ਸਿੱਖਾਂ ਨੂੰ
ਨਿਤਨੇਮ ਅੰਦਰ ਬਖਸ਼ਿਸ਼ ਕੀਤੇ ਸਨ। ਅਤੇ ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਮਦਮਾ ਸਾਹਿਬ ਵਿਖੇ ਜੋ ਸਤਿਗੁਰਾਂ ਨੇ ਪਵਿੱਤਰ ਗੁਰਬਾਣੀ ਦੀ ਜੋ ਬੀੜ ਲਿਖਵਾਉਣਾ ਕੀਤੀ, ਉਸ ਦੇ ਅੰਦਰ ਸਤਿਗੁਰਾਂ ਨੇ ਜੋ 4 ਸ਼ਬਦ ਹੋਰ ਵੱਡੇ ਸਤਿਗੁਰਾਂ ਦੇ ਜੋ ਉਸ ਗੁਰਬਾਣੀ ਰਹਿਰਾਸ ਸਾਹਿਬ ਗੁਰਬਾਣੀ ਅੰਦਰ ਦਰਜ ਕਰਵਾ ਕਰਕੇ ਅਤੇ ਇਹ 9 ਸ਼ਬਦ ਕੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸ੍ਰੀ ਰਹਿਰਾਸ ਸਾਹਿਬ ਗੁਰਬਾਣੀ ਅੰਦਰ ਦਰਜ ਕੀਤੇ, ਜਿਨ੍ਹਾਂ ਦੀ ਵਿਚਾਰ ਆਪਾਂ ਹੁਣ ਤੱਕ ਸਰਵਣ ਕਰ ਚੁੱਕੇ ਹਾਂ। ਜੋ ਇਹਨਾਂ 9 ਸ਼ਬਦਾਂ ਤੋਂ ਉਪਰੰਤ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜੋ ਚਰਿਤ੍ਰੋ ਪਖਿਆਣ ਨਾਮਕ ਗੁਰਬਾਣੀ ਦੇ ਅੰਦਰ ਇਹਨਾਂ ਦੇ ਇਸ ਗੁਰਬਾਣੀ ਦੇ ਅਖੀਰ ਤੇ ਜੋ ਸਤਿਗੁਰਾਂ ਨੇ ਬੇਨਤੀ ਰੂਪ ਅੰਦਰ ਚੌਪਈ ਸਾਹਿਬ ਉਚਾਰਨ ਕੀਤਾ, ਜਿਸ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ, ਆਸ਼ੀਰਵਾਦ ਆਤਮਕ ਮੰਗਲ ਕੀਤਾ ਪਰਮੇਸ਼ਰ ਦਾ। ਉਸ ਦੀ ਵਿਚਾਰ ਆਪਾਂ ਪਿਛਲੇ ਦੀਵਾਨ ਤੇ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰ ਚੁੱਕੇ ਹਾਂ, ਜਿਸ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਤੋਂ ਆਪਣੀ ਰੱਖਿਆ ਕਰਵਾਉਣ ਵਾਸਤੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਅਤੇ ਸਾਨੂੰ ਇਹ ਸਮਝਾਇਆ ਕਿ ਜਿਹੜੀ ਰੱਖਿਆ ਕਰਨੀ ਉਹ ਪਰਮੇਸ਼ਰ ਨੇ ਹੀ ਕਰਨੀ ਹੈ, ਹੋਰ ਕਿਸੇ ਦੁਆਰੇ ਤੇ ਜਾ ਕਰਕੇ ਰੱਖਿਆ ਨਹੀਂ ਹੋਣੀ। ਤੇ ਸਤਿਗੁਰਾਂ ਪਾਸੋਂ ਆਪਾਂ ਵੀ ਇਸੇ ਪ੍ਰਕਾਰ ਨਾਲ ਅਰਦਾਸਾਂ ਬੇਨਤੀਆਂ ਕਰਕੇ ਤੇ ਦਾਤਾਂ ਪ੍ਰਾਪਤ ਕਰਨੀਆਂ ਹਨ। ਤੇ ਜੋ ਕੱਲ੍ਹ ਦੇ ਦੀਵਾਨ ਅੰਦਰ ਇਸ ਜੋ ਚਰਿਤ੍ਰੋ ਪਖਿਆਣ ਗੁਰਬਾਣੀ ਦੇ ਵਿੱਚੋਂ ਜੋ ਚੌਪਈ ਸਾਹਿਬ ਜੀ ਦੇ ਸ਼ਬਦ ਆ ਰਹੇ ਸਨ, ਉਹਨਾਂ ਦੀ ਸੰਪੂਰਨਤਾ ਹੋਈ ਸੀ। ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ, ਜੋ ਰਾਜੇ ਦੇ ਵਜ਼ੀਰ ਦੇ ਅੰਦਰ ਗੱਲਬਾਤ ਹੋਈ, ਉਸ ਦਾ ਉਲੱਥਾ ਸਤਿਗੁਰਾਂ ਨੇ ਕਰਕੇ ਇਸ ਗ੍ਰੰਥ ਦੇ ਅੰਦਰ 405 ਕੁੱਲ ਚਰਿੱਤਰ ਦਾ ਵਿਖਿਆਨ ਕਰਕੇ ਤੇ ਉਸ ਦੀ ਇੱਥੇ ਸੰਪੂਰਨਤਾ ਕੀਤੀ। ਸਾਧ ਸੰਗਤ, ਜੋ ਅੱਗੇ ਸ਼ਬਦ ਆ ਰਹੇ ਹਨ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ, ਉਹ ਸਰਵਣ ਕਰਨਾ ਕਰੀਏ ਜੀ। ਸਾਰੀ ਹੀ ਸੰਗਤ ਬੜੇ ਪਿਆਰ ਅਦਬ ਸਹਿਤ ਸਤਿਗੁਰਾਂ ਦੇ ਅੱਗੇ ਦੋਏ ਕਰ ਜੋੜ ਸੀਸ ਨਿਵਾਈਏ ਤੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮੈਂ ਨਾ ਗਨੇ ਦੋਹਰਾ ਦਸ ਜਾਨ ਕਰ ਦਸ ਪਰ ਕੀਜੈ ਕਿਰਪਾ ਅਪਾਰ। ਸੋ ਸਾਧ ਸੰਗਤ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਪਵਿੱਤਰ ਗੁਰਬਾਣੀ 24 ਅਵਤਾਰ ਉਚਾਰਨ ਕੀਤੀ, ਉਸ ਦੇ ਅੰਦਰ ਜੋ ਵਿਸ਼ਨੂੰ ਜੀ ਦੇ 24 ਅਵਤਾਰ ਹੋਏ ਹਨ, ਉਹਨਾਂ ਦੀ ਕਥਾ ਸਤਿਗੁਰਾਂ ਨੇ ਸੰਪੂਰਨ ਕਥਾ, ਉਹਨਾਂ ਦੀ ਕਥਾ ਸਤਿਗੁਰਾਂ ਨੇ ਸ੍ਰੀ ਦਸਮ ਗ੍ਰੰਥ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਅੰਦਰ ਜੋ 24 ਅਵਤਾਰ ਸਿਰਲੇਖ ਹੇਠ ਸਤਿਗੁਰਾਂ ਨੇ ਉਸ ਦਾ ਵਿਖਿਆਨ ਕੀਤਾ। ਤੇ ਇਹ ਜੋ ਪਾਵਨ ਸ਼ਬਦ ਹੈ, ਇਹ ਉਹਨਾਂ 24 ਅਵਤਾਰਾਂ ਦੇ ਵਿੱਚੋਂ ਜੋ ਇੱਕ ਸ਼੍ਰੀ ਕ੍ਰਿਸ਼ਨ ਅਵਤਾਰ ਹੋਇਆ ਹੈ, ਉਸ ਦੇ ਵਿੱਚੋਂ ਇਹ ਸ਼ਬਦ ਆ ਰਹੇ ਹਨ। ਜੋ ਕ੍ਰਿਸ਼ਨਾ ਅਵਤਾਰ ਦੇ ਅੰਦਰ ਜੋ ਸਤਿਗੁਰਾਂ ਨੇ ਸ਼੍ਰੀ ਕ੍ਰਿਸ਼ਨ ਜੀ ਦਾ ਜੋ ਜੀਵਨ ਬਿਰਤਾਂਤ ਸਾਰਾ ਕਥਨ ਕਰਨਾ ਕੀਤਾ ਅਤੇ ਉਸ ਦੇ ਵਿੱਚ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਰਮੇਸ਼ਰ ਅੱਗੇ, ਉਸ ਪਾਰ ਬ੍ਰਹਮ ਪਰਮੇਸ਼ਰ ਦੇ ਅੱਗੇ ਜੋ ਅਰਦਾਸ ਬੇਨਤੀ ਦੇ ਰੂਪ ਅੰਦਰ ਸ਼ਬਦ ਉਚਾਰ ਰਹੇ ਹਨ, ਉਹ ਇਸ ਪ੍ਰਕਾਰ ਸਰਵਣ ਕਰੀਏ ਜੀ। ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ। हे ਪਰਮੇਸ਼ਰ, ਮੈਨੂੰ ਆਪਣਾ ਦਾਸ ਜਾਣ ਕਰਕੇ ਤੇ ਆਪਣੇ ਦਾਸ ਦੇ ਉੱਪਰ ਅਪਾਰ ਕਿਰਪਾ ਕਰਨਾ ਕਰੋ। ਕੀਜੈ ਕਿਰਪਾ ਅਪਾਰ, ਬੜੀ ਅਪਾਰ ਮੇਰੇ ਤੇ ਕਿਰਪਾ ਕਰੋ ਆਪਣਾ ਦਾਸ ਜਾਣ ਕੇ। ਆਪ ਹਾਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ। ਆਪਣਾ ਹੱਥ ਦੇ ਕੇ हे ਪਰਮੇਸ਼ਰ, ਤੁਸੀਂ ਮੇਰੀ ਰੱਖਿਆ ਕਰੋ ਮਨ ਕਰਕੇ, ਮੇਰੇ ਕਰਮਾਂ ਕਰਕੇ, ਬਚਨ ਕਰਕੇ ਅਤੇ ਮੇਰੇ ਵਿਚਾਰਾਂ ਕਰਕੇ। हे ਪਰਮੇਸ਼ਰ, ਮੇਰੀ ਆਪਣਾ ਹੱਥ ਦੇ ਕੇ ਰੱਖਿਆ ਕਰਨਾ ਕਰੋ। ਚੌਪਈ ਮੈਂ ਨਾ ਗਨੇਸੈ ਪ੍ਰਿਥਮ ਮਨਾਉ। ਚੌਪਈ ਦੇ ਅੰਦਰ ਸਤਿਗੁਰੂ ਫਰਮਾਨ ਕਰ ਰਹੇ ਹਨ, ਮੈਂ ਨਾ ਗਨੇਸੈ ਹੈ,
ਜਿਸ ਪ੍ਰਕਾਰ ਨਾਲ ਜੋ ਹਿੰਦੂ ਮਤ ਦੇ ਲੋਕ ਹਨ, ਉਹ ਹਰੇਕ ਕਾਰਜ ਕਰਨ ਵੇਲੇ, ਹਰੇਕ ਕਾਰਜ ਕਰਨ ਤੋਂ ਆਰੰਭ ਕਰਨ ਤੋਂ ਪਹਿਲਾਂ ਜੋ ਸ੍ਰੀ ਗਣੇਸ਼ ਨੂੰ ਧਿਆਉਣਾ ਕਰਦੇ ਹਨ, ਉਸ ਨੂੰ ਮਨਾਉਂਦੇ ਹਨ। ਪਰ ਸਤਿਗੁਰੂ ਫਰਮਾਉਂਦੇ ਹਨ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ। ਕਿ ਜੇ ਕੋਈ ਕੀਤਾ ਲੋੜੀ, ਕੋਈ ਕੰਮ ਕਰਨਾ ਲੋੜਦਾ ਹੈ, ਚਾਹੁੰਦਾ ਹੈ ਇਹ ਜੀਵ, ਤਾਂ ਉਸ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਜੋ ਸਾਰਿਆਂ ਦੇ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ। ਇੱਥੇ ਸਤਿਗੁਰੂ ਬਚਨ ਕਰ ਰਹੇ ਹਨ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ। ਮੈਂ ਕਿਸੇ ਵੀ ਕਾਰਜ ਦੇ ਆਰੰਭ ਵਿੱਚ ਗਣੇਸ਼ ਹੈ, ਸ਼੍ਰੀ ਗਣੇਸ਼ ਨੂੰ ਮੈਂ ਨਹੀਂ ਮਨਾਉਂਦਾ, ਉਸ ਨੂੰ ਨਹੀਂ ਧਿਆਉਂਦਾ। ਕਿਸਨ ਬਿਸਨ ਕਭੂ ਨਹਿ ਧਿਆਉ। ਨਾ ਹੀ ਮੈਂ ਸ਼੍ਰੀ ਕ੍ਰਿਸ਼ਨ ਨੂੰ ਅਤੇ ਨਾ ਹੀ ਮੈਂ ਵਿਸ਼ਨੂੰ ਨੂੰ ਕਭੂ ਨਹਿ ਧਿਆਉ। ਮੈਂ ਰਤਾ ਵੀ ਨਹੀਂ, ਕਦੇ ਵੀ ਨਹੀਂ ਇਹਨਾਂ ਨੂੰ ਮੈਂ ਧਿਆਉਂਦਾ। ਕਾਨ ਸੁਨੇ ਪਹਿਚਾਨ ਨ ਤਿਨਸੋ। ਕਾਨ ਸੁਨੇ, ਕਾਨ ਭਾਵ ਕ੍ਰਿਸ਼ਨ ਬਾਰੇ ਮੈਂ ਸੁਣਿਆ ਤਾਂ ਹੈ। ਕਾਨ ਸੁਨੇ, ਜੋ ਉੱਪਰ ਸਤਿਗੁਰਾਂ ਨੇ ਦੱਸਿਆ ਹੈ, ਉੱਪਰਲੇ ਜੋ ਕ੍ਰਿਸ਼ਨ, ਵਿਸ਼ਨੂੰ ਅਤੇ ਗਣੇਸ਼ ਹਨ, ਕਾਨ ਸੁਨੇ, ਇਹਨਾਂ ਨੂੰ ਮੈਂ ਆਪਦੇ ਕੰਨਾਂ ਨਾਲ ਸੁਣਿਆ ਤਾਂ ਹੈ। ਇਹਨਾਂ ਬਾਰੇ ਪਹਿਚਾਣ ਦਾ 300, ਪਰ ਇਹਨਾਂ ਨਾਲ ਮੇਰੀ ਕੋਈ ਖਾਸ ਪਹਿਚਾਣ, ਕੋਈ ਜਾਣ ਪਛਾਣ ਨਹੀਂ ਹੈ ਇਹਨਾਂ ਨਾਲ। ਇਹ ਸਤਿਗੁਰਾਂ ਨੇ ਬਚਨ ਇਸ ਕਰਕੇ ਇੱਥੇ ਸਤਿਗੁਰਾਂ ਨੇ ਦਰਜ ਕੀਤੇ, ਕਿਉਂਕਿ ਸਾਧ ਸੰਗਤ ਜਿਸ ਸਮੇਂ ਜੋ ਗੁਰਸਿੱਖ ਗੁਰਬਾਣੀ ਪੜ੍ਹਦੇ ਹਨ ਨਾ, ਇਹ ਜੋ 24 ਅਵਤਾਰਾਂ ਦੀ, ਤਾਂ ਕਿਸੇ ਨਾ ਕਿਸੇ ਮੌਕੇ ਜੋ ਮਨ ਅੰਦਰ ਇਹ ਖਿਆਲ ਆ ਜਾਂਦਾ ਹੈ ਕਿ ਕਿਤੇ ਸਤਿਗੁਰੂ ਇਹਨਾਂ ਦੀ ਕਥਾ ਲਿਖ ਰਹੇ ਹਨ, ਸ਼੍ਰੀ ਕ੍ਰਿਸ਼ਨ ਦੀ ਕਥਾ, ਜੋ ਰਾਮ ਜੀ ਦੀ ਕਥਾ, ਰਾਮਾਇਣ ਦਾ ਉਲੱਥਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਕਿ ਕਿਤੇ ਸਤਿਗੁਰੂ ਇਹਨਾਂ ਦੇ ਉਪਾਸਕ ਤਾਂ ਨਹੀਂ, ਇਹਨਾਂ ਨੂੰ ਧਿਆ ਤਾਂ ਨਹੀਂ ਰਹੇ, ਇਹਨਾਂ ਦੀ ਪੂਜਾ ਤਾਂ ਨਹੀਂ ਕਰਦੇ ਸਤਿਗੁਰੂ। ਪਰ ਇੱਥੇ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ। ਨਾ ਮੈਂ ਗਣੇਸ਼ ਨੂੰ, ਨਾ ਕ੍ਰਿਸ਼ਨ ਅਤੇ ਨਾ ਵਿਸ਼ਨੂੰ ਨੂੰ, ਮੈਂ ਕਿਸੇ ਨੂੰ ਵੀ ਨਹੀਂ ਮਨਾਉਂਦਾ। ਅੱਗੇ ਸਤਿਗੁਰ ਫਰਮਾਉਂਦੇ ਹਨ, ਮੈਂ ਕਿਹਨਾਂ ਦਾ ਉਪਾਸਕ ਹਾਂ। ਲਿਵ ਲਾਗੀ ਮੂਰੀ ਪਗ ਇਨਸੋ। ਪਗ ਇਨਸੋ, ਇਹਨਾਂ ਦੇ ਨਾਲ, ਇਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਹੀ ਮੇਰੀ ਲਿਵ ਲੱਗੀ ਹੈ। ਜੋ ਮੇਰਾ ਉਪਾਸਕ, ਜਿਨ੍ਹਾਂ ਨੂੰ ਮੈਂ ਮਨਾਉਂਗਾ, ਜਿਨ੍ਹਾਂ ਨੂੰ ਮੈਂ ਮਨਾਉਂਦਾ ਹਾਂ, ਜਿਨ੍ਹਾਂ ਨੂੰ ਮੈਂ ਧਿਆਉਂਦਾ ਹਾਂ, ਉਹ ਉਹਨਾਂ ਦੇ ਚਰਨਾਂ ਦੇ ਨਾਲ, ਭਾਵ ਜੋ ਪਰਮੇਸ਼ਰ ਹਨ, ਉਹਨਾਂ ਨੂੰ ਹੀ ਮੈਂ ਧਿਆਉਂਦਾ ਹਾਂ ਤੇ ਉਹਨਾਂ ਦੇ ਚਰਨਾਂ ਦੇ ਨਾਲ ਹੀ ਮੇਰੀ ਲਿਵ ਲੱਗੀ ਹੈ। ਇਹ ਜੋ ਉੱਪਰ ਦੱਸੇ ਹਨ ਨਾ, ਇਹਨਾਂ ਨੂੰ ਮੈਂ ਨਹੀਂ ਧਿਆਉਂਦਾ। ਇਹ ਸਤਿਗੁਰਾਂ ਨੇ ਇੱਥੇ ਸਪਸ਼ਟ ਕਰਨਾ ਕੀਤਾ। ਮਹਾਕਾਲ ਰਖਵਾਰ ਹਮਾਰੋ। ਜੋ ਮਹਾਕਾਲ, ਕਾਲਣ ਕੋ ਕਾਲ, ਮਹਾਕਾਲਣ ਕੋ ਕਾਲ, ਐਸਾ ਜੋ ਪਰਮੇਸ਼ਰ ਅਦੁੱਤੀ ਹੈ, ਰਖਵਾਰ ਹਮਾਰੋ, ਉਹੀ ਸਾਡਾ ਰਖਵਾਲਾ ਹੈ। ਹੋਰ ਕੋਈ ਦੇਵੀ ਦੇਵਤਾ ਜੋ ਅਵਤਾਰ ਹੋਇਆ, ਕੋਈ ਸਾਡਾ ਰਖਵਾਲਾ ਨਹੀਂ। ਸਾਡਾ ਸਤਿਗੁਰੂ ਕਹਿੰਦੇ ਜੋ ਮਹਾਕਾਲ, ਜੋ ਪਰਮੇਸ਼ਰ, ਉਹੀ ਸਾਡਾ ਰਖਵਾਲਾ ਹੈ। ਮਹਾਲੋਹ ਮੈਂ ਕਿੰਕਰ ਥਾਰੋ। ਮਹਾਲੋਹ, ਲੋਹ ਜੋ ਪ੍ਰਕਾਸ਼ ਸਰੂਪ ਹੈ ਪਰਮੇਸ਼ਰ, ਮਹਾਲੋਹ ਮੈਂ ਕਿੰਕਰ ਥਾਰੋ, ਮੈਂ ਤੁਹਾਡਾ ਕਿੰਕਰ, ਨਾ ਚੀਜ਼ ਜਿਹਾ ਦਾਸ ਹਾਂ ਆਪ ਜੀ ਦਾ। ਆਪਣਾ ਜਾਣ ਕਰੋ ਰਖਵਾਰਾ। ਹੇ ਰਖਵਾਰ, ਹੇ ਪਰਮੇਸ਼ਰ, ਆਪਣਾ ਜਾਣ, ਮੈਨੂੰ ਆਪਣਾ ਜਾਣ ਕੇ, ਆਪਦਾ ਜਾਣ ਕੇ ਮੇਰੀ ਰਖਵਾਰ, ਮੇਰੀ ਰਖਵਾਲੀ ਕਰੋ ਜੀ। ਵਹਾਂ ਗਏ ਕੀ ਲਾਜ ਵਿਚਾਰ। ਬਾਹੇ ਗਹੇ ਕੀ, ਬਾਂਹ ਫੜੀ ਹੋਈ ਦੀ ਲਾਜ ਵਿਚਾਰ, ਤੁਸੀਂ ਲਾਜ ਰੱਖੋ ਮੇਰੀ। ਜੇਕਰ ਤੁਸੀਂ ਬਾਂਹ ਫੜਦੀ ਹੈ ਤਾਂ ਹੁਣ ਇਸ ਦੀ ਲਾਜ ਰੱਖੋ ਤੇ ਮੈਨੂੰ ਰਖਵਾਰ, ਮੇਰੀ ਰਖਵਾਲੀ ਕਰੋ। ਆਪਣਾ ਜਾਨ ਮੁਝੈ ਪ੍ਰਿਤ ਪਰਿਗੈ। ਪ੍ਰਤ ਪਰਿਐ, ਮੇਰੀ ਪ੍ਰਤਪਾਲਣਾ ਕਰੋ। ਹੇ ਪਰਮੇਸ਼ਰ, ਆਪਣਾ ਜਾਣ, ਮੈਨੂੰ ਆਪਦਾ ਜਾਣ ਕੇ ਮੇਰੀ ਪ੍ਰਤਪਾਲਣਾ ਕਰੋ ਜੀ। ਚੁਨ ਚੁਨ ਸਤਰ ਹਮਾਰੇ ਮਰਿਗੈ। ਆਪਾਂ ਵੀ ਇਸੇ ਪ੍ਰਕਾਰ ਨਾਲ ਹੀ ਸਤਿਗੁਰਾਂ ਅੱਗੇ ਬੇਨਤੀ ਕਰਨਾ ਹੈ ਵੀ ਮੈਨੂੰ ਆਪਣਾ ਜਾਣ ਕੇ ਸਾਡੀ ਪ੍ਰਤਪਾਲਣਾ ਕਰੋ, ਸਾਡੀ ਰੱਖਿਆ ਕਰੋ। ਹੇ ਸਤਿਗੁਰੂ, ਚੁਨ ਚੁਨ ਸਤਰ ਹਮਾਰੇ ਮਰਿਗੈ, ਜਿਹੜੇ ਸਾਡੇ ਸ਼ਤਰੂ ਵੈਰੀ ਹਨ ਨਾ, ਜੋ ਪ੍ਰਤੱਖ ਰੂਪ ਅੰਦਰ ਸੰਸਾਰ ਦੇ ਅੰਦਰ ਵੈਰੀ ਹਨ, ਅਤੇ ਜੋ ਅੰਤਰੀਵ ਵੈਰੀ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਮਾਇਆ, ਇਹ ਜੋ ਸਾਰੇ ਅੰਤਰੀਵ ਵੈਰੀ ਅਤੇ ਜੋ ਸਪਸ਼ਟ ਬਾਹਰ ਸੰਸਾਰ ਦੇ ਅੰਦਰ ਵੈਰੀ ਹਨ ਨਾ, हे ਸਤਿਗੁਰੂ, ਤੁਸੀਂ ਇਹਨਾਂ ਨੂੰ ਚੁਣ ਚੁਣ ਕੇ ਮਾਰੋ। ਚੁਣ ਚੁਣ ਸੱਤਰ ਹਮਾਰੇ ਮਰੀਏ, ਇਹਨਾਂ ਨੂੰ ਤੁਸੀਂ ਮਾਰਨਾ ਕਰੋ। ਦੇਗ ਤੇਗ ਜਗ ਮੈਂ ਦੋ ਚਲੈ। हे ਪਰਮੇਸ਼ਰ, ਐਸੀ ਤੁਸੀਂ ਕਿਰਪਾ ਕਰਿਓ ਕਿ ਇਸ ਜਗ ਮੈਂ, ਇਸ ਸੰਸਾਰ ਦੇ ਅੰਦਰ ਦੇਗ ਤੇਗ, ਕਿ ਦੇਗ ਵੀ ਚੱਲਦੀ ਰਹੇ ਤੇ ਤੇਗ ਵੀ ਚੱਲਦੀ ਰਹੇ। ਦੇਗ ਚਲਾਉਣੀ ਆ ਜੋ ਗਰੀਬਾਂ ਵਾਸਤੇ, ਜੋ ਮਜ਼ਲੂਮ ਜਿਹੜੇ ਆਪਣਾ ਢਿੱਡ ਨਹੀਂ ਭਰ ਸਕਦੇ, ਉਹਨਾਂ ਵਾਸਤੇ ਜੋ ਦੇਗ ਚੱਲਦੀ ਰਹੇ, ਲੰਗਰ ਚੱਲਦੇ ਰਹਿਣ। ਅਤੇ ਤੇਗ ਫਿਰ ਦੁਸ਼ਟਾਂ ਦਾ ਸੰਘਾਰ ਕਰਨ ਵਾਸਤੇ, ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਜਿਹੜੇ ਉਪਦਰਵ ਉਠਾਉਂਦੇ ਹਨ ਉਹਨਾਂ ਦਾ ਨਾਸ਼ ਕਰਨ ਵਾਸਤੇ ਫਿਰ ਤੇਗ ਵੀ ਇਹ ਪਰਮੇਸ਼ਰ ਚੱਲਦੀ ਰਹੇ।
ਰਾਖ ਆਪ ਮੋਹ ਔਰ ਨ ਚੱਦਲੈ। ਰਾਖ ਆਪ, ਤੁਸੀਂ ਆਪ ਮੇਰੀ ਰੱਖਿਆ ਕਰੋ, ਮੁਹੇ ਔਰ ਨਾ ਦਲੈ, ਕਿ ਹੋਰ ਕੋਈ ਮੈਨੂੰ ਦਲ ਮਲ ਨਾ ਸਕੇ। ਹੇ ਪਰਮੇਸ਼ਰ, ਮੈਂ ਤੁਹਾਡੀ ਸ਼ਰਨ ਆਇਆ ਹਾਂ ਤੇ ਰਾਖ ਆਪ ਮੁਹੇ, ਮੈਨੂੰ ਆਪ ਤੁਸੀਂ ਰੱਖਣਾ ਕਰੋ, ਮੇਰੀ ਰਖਵਾਲੀ ਕਰੋ। ਤੁਮ ਕਰੋ ਸਦਾ ਪ੍ਰਤਪਾਰਾ। ਸਦਾ ਪ੍ਰਤਪਾਰਾ, ਸਦਾ ਤੁਸੀਂ ਪ੍ਰਤਪਾਲਨਾ ਕਰੋ। ਤੁਮ ਮਮ, ਹੇ ਪਰਮੇਸ਼ਰ ਮੇਰੀ ਤੁਸੀਂ ਸਦਾ ਪ੍ਰਤਪਾਲਨਾ ਕਰਨਾ ਕਰੋ ਜੀ। ਤੁਮ ਸਾਹਿਬ ਮੈਂ ਦਾਸ ਤਿਹਾਰਾ। ਤੁਸੀਂ ਮੇਰੇ ਸਾਹਿਬ ਭਾਵ ਤੁਸੀਂ ਮਾਲਕ ਹੋਏ ਪਰਮੇਸ਼ਰ, ਤੇ ਮੈਂ ਦਾਸ, ਤੁਹਾਡਾ ਦਾਸਰਾ, ਤੁਹਾਡਾ ਸਿੱਖ ਹਾਂ। ਐਸੀ ਕਿਰਪਾ ਕਰੋ, ਤੁਸੀਂ ਮੇਰੀ ਪ੍ਰਤਪਾਲਨਾ ਕਰੋ, ਰੱਖਿਆ ਕਰੋ ਜੀ। ਜਾਨ ਆਪਣਾ ਮੁਝੇ ਨਿਵਾਜ। ਮੈਨੂੰ ਆਪਣਾ ਜਾਣ ਕੇ ਹੇ ਪਰਮੇਸ਼ਰ ਤੁਸੀਂ ਮੈਨੂੰ ਨਿਵਾਜਣਾ ਕਰੋ, ਮੈਨੂੰ ਆਪਣਾ ਜਾਣ ਕੇ ਨਿਵਾਜੋ, ਬਖਸ਼ੋ। ਆਪ ਕਰੋ ਹਮਰੇ ਸਭ ਕਾਜ। ਹੇ ਪਰਮੇਸ਼ਰ ਤੁਸੀਂ ਸਾਰੇ ਕਾਰਜ ਸਾਡੇ ਜਿਹੜੇ ਆਪ ਕਰਨਾ ਕਰੋ। ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ। ਐਸੇ ਤੁਸੀਂ ਪਰਮੇਸ਼ਰ ਹੋ ਕਿ ਜਿਹੜੇ ਵੀ ਜੀਵ ਤੁਹਾਡੇ ਅੱਗੇ ਅਰਦਾਸ ਕਰਦੇ ਹਨ ਕਿਸੇ ਕਾਰਜ ਦੀ ਸਫਲਤਾ ਵਾਸਤੇ, ਤੁਸੀਂ ਉਸ ਨੂੰ ਪੂਰੀ ਕਰਨਾ ਕਰਦੇ ਹੋ। ਇਸ ਕਰਕੇ ਤੁਸੀਂ ਆਪ ਕਰੋ ਹਮਰੇ ਸਭ ਕਾਰਜ, ਕਿ ਸਾਡੇ ਜਿਹੜੇ ਸਾਰੇ ਕਾਰਜ ਹਨ ਇਹ ਪਰਮੇਸ਼ਰ ਹੁਣ ਤੱਕ ਤੁਸੀਂ ਹੀ ਕੀਤੇ ਹਨ, ਤੇ ਅੱਗੇ ਵੀ ਤੁਸੀਂ ਐਸੀ ਕਿਰਪਾ ਕਰੋ, ਤੁਸੀਂ ਹੀ ਸਾਡੇ ਕਾਰਜ ਸੰਪੂਰਨ ਕਰਨਾ ਕਰੋ। ਤੁਮ ਹੋ ਸਭ ਰਾਜਨ ਕੇ ਰਾਜਾ। ਹੇ ਪਰਮੇਸ਼ਰ ਤੁਸੀਂ ਰਾਜਿਆਂ ਦੇ ਰਾਜੇ ਹੋ, ਮਹਾਰਾਜੇ ਹੋ, ਜੋ ਪ੍ਰਕਾਸ਼ ਕਰਨ ਵਾਲੇ ਰਾਜੇ, ਉਹਨਾਂ ਨੂੰ ਵੀ ਤੁਸੀਂ ਪ੍ਰਕਾਸ਼ ਦੇਣ ਵਾਲੇ। ਐਸੇ ਤੁਸੀਂ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਸੀਂ ਸਾਰੇ ਰਾਜਿਆਂ ਦੇ ਸਿਰ ਤੇ ਵੱਡੇ ਰਾਜੇ, ਮਹਾਰਾਜੇ ਹੋ। ਆਪੇ ਆਪ ਗਰੀਬ ਨਿਵਾਜਾ। ਤੁਸੀਂ ਆਪ ਹੀ ਹੇ ਪਰਮੇਸ਼ਰ ਗਰੀਬ ਨਿਵਾਜ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਗਰੀਬਾਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ ਤੁਸੀਂ ਹੇ ਪਰਮੇਸ਼ਰ। ਦਾਸ ਜਾਣ ਕਰ ਕਿਰਪਾ ਕਰੋ ਮੋਹੇ। ਮੈਨੂੰ ਤੁਸੀਂ ਹੇ ਪਰਮੇਸ਼ਰ ਆਪਣਾ ਦਾਸ ਜਾਣ ਕੇ ਤੇ ਮੇਰੇ ਤੇ ਕਿਰਪਾ ਕਰੋ। ਹਾਰ ਭਰਾ ਮੈਂ ਆਨ ਦੁਆਰ ਤੋਹੇ। ਹਾਰ ਭਰਾ, ਹਰ ਪਾਸਿਆਂ ਤੋਂ ਮੈਂ ਹਾਰ ਹੰਭ ਕੇ ਮੈਂ ਆਣ ਦੁਆਰ ਤੋਹੇ। ਭਰਾ ਮੈਂ ਆਣ, ਮੈਂ ਤੁਹਾਡੇ ਦੁਆਰੇ ਤੇ ਆਣ ਕਰਕੇ ਪੈ ਗਿਆ ਹਾਂ, ਢਹਿ ਪਿਆ ਹਾਂ, ਤੁਸੀਂ ਮੇਰੀ ਰੱਖਿਆ ਕਰੋ ਜੀ। ਆਪਣਾ ਜਾਣ ਕਰੋ ਪ੍ਰਤਪਾਰਾ। ਤੇ ਆਪਣਾ ਜਾਣ ਕੇ, ਮੈਨੂੰ ਆਪਦਾ ਜਾਣ ਕੇ ਮੇਰੀ ਪ੍ਰਤਪਾਲਨਾ ਕਰੋ। ਤੁਮ ਸਾਹਿਬ ਮੈਂ ਕਿੰਕਰ ਥਾਰਾ। ਤੁਸੀਂ ਮੇਰੇ ਸਾਹਿਬ ਮਾਲਕ ਹੋ, ਤੇ ਮੈਂ ਤੁਹਾਡਾ ਕਿੰਕਰ ਨਿਮਾਣਾ ਜਿਹਾ ਦਾਸ ਹਾਂ। ਦਾਸ ਜਾਣਦੈ ਹਾਥ ਉਬਾਰੋ। ਹੱਥ, ਆਪਣਾ ਹੱਥ ਦੇ ਕੇ ਮੈਨੂੰ ਉਬਾਰੋ, ਆਪਣਾ ਦਾਸ ਜਾਣ ਕੇ। ਆਪਣਾ ਦਾਸ ਜਾਣ ਕੇ ਤੁਸੀਂ ਹੇ ਪਰਮੇਸ਼ਰ ਆਪਣਾ ਹੱਥ ਦੇ ਕੇ ਮੈਨੂੰ ਸੰਸਾਰ ਤੋਂ, ਭਵਜਲ ਸਮੁੰਦਰ ਤੋਂ, ਇਹ ਜੋ ਭੈਦਾਇਕ ਸੰਸਾਰ ਸਮੁੰਦਰ ਹੈ, ਇਸ ਤੋਂ ਬਾਂਹ ਦੇ ਕੇ ਉਬਾਰ ਲਓ, ਕੱਢ ਲਵੋ ਜੀ। ਹਮਰੇ ਸਭ ਬੈਰੀਅਨ ਸੰਘਾਰੋ। ਸਾਡੇ ਜਿਹੜੇ ਸਾਰੇ ਵੈਰੀ ਹਨ ਹੇ ਪਰਮੇਸ਼ਰ, ਜਿਹੜੇ ਪ੍ਰਤੱਖ ਜੋ ਸੰਸਾਰ ਦੇ ਅੰਦਰ ਵੈਰੀ ਹਨ, ਅਤੇ ਜੋ ਅੰਤਰੀਵ ਵੈਰੀ ਹਨ, ਜਿਹੜੇ ਮਨ ਦੇ ਵੈਰੀ ਹਨ, ਜਿਹੜੇ ਸੁਰਤੀ ਨੂੰ ਟਿਕਣ ਨਹੀਂ ਦਿੰਦੇ, ਜਿਹੜੇ ਪਰਮੇਸ਼ਰ ਦੇ ਵੱਲ ਨਹੀਂ ਜਾਣ ਦਿੰਦੇ, ਉਹਨਾਂ ਨੂੰ ਤੁਸੀਂ ਹੇ ਪਰਮੇਸ਼ਰ ਸੰਘਾਰ ਕਰੋ, ਉਹਨਾਂ ਨੂੰ ਮਾਰਨਾ ਕਰੋ ਜੀ। ਪ੍ਰਿਥਮ ਧਰੋਂ ਭਗਵਤ ਕੋ ਧਿਆਨਾ। ਪ੍ਰਿਥਮ, ਸਭ ਤੋਂ ਪਹਿਲਾਂ ਹੇ ਪਰਮੇਸ਼ਰ ਮੈਂ ਭਗਵਤ ਜੋ ਪਰਮੇਸ਼ਰ ਹੈ, ਭਗਵਤ ਜੋ ਪਰਮੇਸ਼ਰ ਹੈ, ਉਹਦਾ ਮੈਂ ਧਿਆਨ ਸਭ ਤੋਂ ਪਹਿਲਾਂ ਹੀ ਧਰਦਾ ਹਾਂ। ਸਭ ਤੋਂ ਪਹਿਲਾਂ ਕਿਸੇ ਕਾਰਜ ਦੇ ਆਰੰਭ ਵਿੱਚ ਮੈਂ ਉਸ ਪਰਮੇਸ਼ਰ ਦਾ ਹੀ ਧਿਆਨ ਕਰਦਾ ਹਾਂ, ਕਿਸੇ ਹੋਰ ਦੇਵੀ ਦੇਵਤੇ ਜਾਂ ਅਵਤਾਰ ਦਾ ਨਹੀਂ ਧਰਦਾ। ਬਹੁਰ ਕਰੋ ਕਵਿਤਾ ਵਿਦ ਨਾਨਾ। ਬਹੁਰ, ਤੇ ਹੁਣ ਜਿਹੜੀਆਂ ਕਵਿਤਾ ਵਿਦ ਨਾਨਾ ਪ੍ਰਕਾਰ ਦੀਆਂ ਜੋ ਕਵਿਤਾ, ਜਿਹੜੀ ਜੋ ਕ੍ਰਿਸ਼ਨ ਅਵਤਾਰ ਜੋ ਸਤਿਗੁਰੂ ਲਿਖ ਰਹੇ ਹਨ, ਉਸ ਦੇ ਅੰਦਰ ਸਤਿਗੁਰਾਂ ਅੱਗੇ ਬੇਨਤੀ ਕਰਦੇ ਹਨ ਕਿ ਤੁਹਾਡੀ ਕਿਰਪਾ ਦੇ ਨਾਲ ਤੁਹਾਨੂੰ ਪਹਿਲਾਂ, ਸਭ ਤੋਂ ਪਹਿਲਾਂ ਮੈਂ ਧਿਆਉਂਦਾ ਹਾਂ, ਅਤੇ ਫਿਰ ਜੋ ਇਹ ਕ੍ਰਿਸ਼ਨਾ ਅਵਤਾਰ ਜੋ ਇਹ ਕਵਿਤਾ ਭਾਂਤ ਦੀਆਂ ਮੈਂ ਲਿਖ ਰਿਹਾ ਹਾਂ, ਇਹ ਫਿਰ ਲਿਖਦਾ ਹਾਂ। ਕ੍ਰਿਸ਼ਨ ਜਥਾ ਮਤ ਚਰਿਤਰ ਉਚਾਰੋ। ਕ੍ਰਿਸ਼ਨ ਜਥਾ ਮਤ ਚਰਿਤਰ, ਜੋ ਕ੍ਰਿਸ਼ਨਾ ਅਵਤਾਰ ਦੇ ਅੰਦਰ ਸਤਿਗੁਰਾਂ ਨੇ ਕ੍ਰਿਸ਼ਨ ਜੀ ਦੇ ਚਰਿੱਤਰ, ਉਹਨਾਂ ਦਾ ਜੀਵਨ ਬ੍ਰਿਤਾਂਤ ਲਿਖਣਾ ਕੀਤਾ। ਉਹ ਸਤਿਗੁਰੂ ਕਹਿੰਦੇ ਹਨ ਕਿ ਮੈਂ ਆਪਦੀ ਜੋ ਮੇਰੀ ਮੱਤ ਦੇ ਵਿੱਚ ਆਇਆ ਹੈ, ਸਮਝ ਆਈ ਹੈ, ਉਸ ਅਨੁਸਾਰ ਮੈਂ ਜੋ ਕ੍ਰਿਸ਼ਨ ਜੀ ਦਾ ਅਵਤਾਰ, ਉਹਨਾਂ ਦਾ ਜੀਵਨ ਬ੍ਰਿਤਾਂਤ ਉਹ ਲਿਖਣਾ ਕਰ ਰਿਹਾ ਹਾਂ। ਚੂਕ ਹੋਏ ਕਬ ਲਿਖ ਸੁਧਾਰੋ। ਤੇ ਜੇਕਰ ਕੋਈ ਭੁੱਲ ਚੁੱਕ ਹੋ ਜਾਵੇ ਤਾਂ ਪਰਮੇਸ਼ਰ ਤੁਸੀਂ ਸੁਧਾਰ ਲਿਓ, ਉਸ ਨੂੰ ਸਹੀ ਕਰ ਦਿਓ। ਪਰ ਸਾਧ ਸੰਗਤ, ਇਹ ਸਤਿਗੁਰਾਂ ਦੀ ਨਿਮਰਤਾ ਹੈ, ਕਿਉਂਕਿ
ਗੁਰਬਾਣੀ ਦਾ ਫਰਮਾਨ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਕਿ ਸਾਰੇ ਜੀਵ ਭੁੱਲਣਹਾਰ ਹਨ, ਭੁੱਲਾਂ ਕਰਦੇ ਹਨ, ਪਰ ਜਿਹੜੇ ਭੁੱਲ ਹਨ ਨਾ ਉਹ ਦੋ ਹੀ ਜਣੇ, ਗੁਰੂ ਕਰਤਾਰ, ਜਿਹੜਾ ਗੁਰੂ ਹੈ ਸਤਿਗੁਰੂ ਅਤੇ ਜੋ ਕਰਤਾਰ ਪਰਮੇਸ਼ਰ, ਇਹ ਦੋ ਹੀ ਅਭੁੱਲ ਹਨ। ਪਰ ਇੱਥੇ ਸਤਿਗੁਰੂ ਨਿਮਰਤਾ ਸਹਿਤ ਕਹਿ ਰਹੇ ਹਨ ਪਰਮੇਸ਼ਰ ਅੱਗੇ ਕਿ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਤੁਸੀਂ ਕਿਰਪਾ ਕਰਕੇ ਸੁਧਾਰ ਦਿਓ ਜੀ। ਕਬਿਓ ਬਾਚ ਦੋਹਰਾ। ਕਬਿਓ ਬਾਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਆਪ ਨੂੰ ਕਵੀ ਲਿਖਦੇ ਹੋਏ ਬਾਚ ਫਰਮਾ ਰਹੇ ਹਨ। ਜੋ ਨਿਜ ਪ੍ਰਭ ਨੂੰ ਸੋ ਕਹਾ ਸੋ ਕਹਿਓ ਜਗ ਮਾਹੀ। ਸਾਧ ਸੰਗਤ, ਇਹ ਜੋ ਇੱਥੋਂ ਤੱਕ ਦਾਸ ਲੇਹੋ ਸੁਧਾਰੇ, ਚੂਕ ਹੋਏ ਕਬ ਲੇਹੋ ਸੁਧਾਰੋ, ਇੱਥੋਂ ਤੱਕ ਜੋ ਸਾਧ ਸੰਗਤ ਸ਼ਬਦ ਸਨ, ਇਹ ਜੋ ਕ੍ਰਿਸ਼ਨਾ ਅਵਤਾਰ ਦੇ ਅੰਦਰ ਜੋ ਸਤਿਗੁਰਾਂ ਨੇ ਪਰਮੇਸ਼ਰ ਦੇ ਅੱਗੇ ਬੇਨਤੀਆਂ ਕੀਤੀਆਂ ਹਨ, ਉਹਨਾਂ ਦੇ ਕ੍ਰਿਸ਼ਨ ਅਵਤਾਰ ਦੇ ਵਿੱਚੋਂ ਜੋ ਸ਼ਬਦ ਉਹ ਇੱਥੇ ਸੰਪੂਰਨ ਹੋ ਗਏ ਹਨ। ਤੇ ਜੋ ਅਗਲੇਰੇ ਸ਼ਬਦ ਆ ਰਹੇ ਹਨ ਸਾਧ ਸੰਗਤ, ਇਹ ਸਤਿਗੁਰਾਂ ਦੀ ਪਵਿੱਤਰ ਬਾਣੀ ਬਚਿੱਤਰ ਨਾਟਕ ਦੇ ਵਿੱਚ ਜੋ ਸਤਿਗੁਰਾਂ ਨੇ ਆਪਣੀ ਜੀਵਨ ਕਥਾ ਲਿਖੀ ਹੈ ਕਿ ਅਬ ਮੈਂ ਆਪਣੀ ਕਥਾ ਬਖਾਨੋ ਇਸ ਪ੍ਰਕਾਰ, ਤਾਂ ਉਸ ਦੇ ਅੰਦਰ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜੋ ਹੇਮਕੁੰਟ ਸਾਹਿਬ ਵਿਖੇ ਜੋ ਤਪ ਕੀਤਾ ਉਸ ਸਤਿਗੁਰਾਂ ਨੇ, ਤਾਂ ਉਸ ਸਮੇਂ ਦਵੈ ਤੇ ਇੱਕ ਰੂਪ ਹੋਏ ਗਏ ਕਿ ਪਰਮੇਸ਼ਰ ਤੇ ਸਤਿਗੁਰਾਂ ਦੇ ਵਿੱਚ ਸਤਿਗੁਰੂ ਆਪ ਲਿਖਦੇ ਕਿ ਅਸੀਂ ਇੱਕ ਰੂਪ ਹੋ ਗਏ ਸੀ, ਸਾਡੇ 'ਚ ਕੋਈ ਭੇਦ ਨਹੀਂ ਸੀ ਰਿਹਾ। ਤੇ ਉਸ ਸਮੇਂ ਜੋ ਪਰਮੇਸ਼ਰ ਨੇ ਸਤਿਗੁਰਾਂ ਨੂੰ ਹੁਕਮ ਕੀਤਾ ਕਿ ਤੁਸੀਂ ਮਾਤਲੋਕ ਅੰਦਰ ਜਾਣਾ ਹੈ ਤੇ ਉੱਥੇ ਜਾ ਕਰਕੇ ਜੋ ਪੰਥ ਚਲਾਉਣਾ ਹੈ ਖਾਲਸਾ ਪੰਥ। ਤੇ ਉਸ ਸਮੇਂ ਜੋ ਪਰਮੇਸ਼ਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਬਚਨ ਕਹਿ ਰਹੇ ਹਨ, ਉਹ ਸਤਿਗੁਰੂ ਇੱਥੇ ਫਰਮਾ ਰਹੇ ਹਨ। ਜੋ ਨਿਜ ਪ੍ਰਭ ਨੂੰ ਸੋ ਕਹਾ ਸੋ ਕਹਿਓ ਜਗ ਮਾਹੀ। ਜੋ ਨਿਜ ਪ੍ਰਭ, ਜੋ ਪ੍ਰਭੂ ਪਰਮੇਸ਼ਰ ਨੇ ਮੋ ਸੋ ਕਹਾ, ਜੋ ਸਤਿਗੁਰਾਂ ਨੇ ਮੈਨੂੰ ਉਸ ਵੇਲੇ ਕਿਹਾ, ਸੋ ਕਹੇ ਹੋ ਜਗ ਮਾਹੇ, ਉਹੀ ਮੈਂ ਹੁਣ ਇਹ ਜਗ ਦੇ ਵਿੱਚ ਇਹ ਮੈਂ ਕਹਿ ਰਿਹਾ ਹਾਂ। ਸਤਿਗੁਰੂ ਕਹਿੰਦੇ ਮੈਂ ਉਹੀ ਕਹਿ ਰਿਹਾ ਹਾਂ ਜੋ ਮੈਨੂੰ ਪਰਮੇਸ਼ਰ ਨੇ ਉਸ ਵੇਲੇ ਬਚਨ ਕੀਤੇ ਸੀ। ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੈ। ਜੋ ਤਿਹ, ਜੋ ਉਸ ਪਰਮੇਸ਼ਰ ਨੇ ਆਖਿਆ ਸੀ ਕਿ ਜੋ ਉਸ ਪਰਮੇਸ਼ਰ ਨੂੰ ਧਿਆਉਣਗੇ, ਜੋ ਅੰਤ ਸੁਰਗ ਕੋ ਜਾਹੇ, ਅੰਤ ਵੇਲੇ ਉਸ ਸੁਰਗਾਂ ਨੂੰ ਜਾਣਗੇ, ਭਾਵ ਸੁਖ ਰੂਪ ਸੱਚਖੰਡ ਨੂੰ ਪ੍ਰਾਪਤ ਹੋ ਜਾਣਗੇ, ਜਿਹੜੇ ਉਸ ਪਰਮੇਸ਼ਰ ਨੂੰ ਧਿਆਉਣਾ ਕਰਨਗੇ, ਸਿਮਰਨ ਕਰਨਗੇ। ਦੋਹਰਾ ਹਰ ਹਰ ਜਨ ਦੋਇ ਏਕ ਹੈ ਬਿਬ ਵਿਚਾਰ ਕੁਛ ਨਾਹੀ। ਹਰ ਜਨ, ਹਰ ਭਾਵ ਜੋ ਪਰਮੇਸ਼ਰ ਅਤੇ ਹਰ ਜਨ ਜੋ ਪਰਮੇਸ਼ਰ ਦੇ ਜਨ ਭਗਤ ਸੇਵਕ ਹਨ, ਦੋਈ ਏਕ ਹੈ, ਦੋਵੇਂ ਇੱਕ ਸਰੂਪ ਹੀ ਹਨ। ਬਿਬ ਵਿਚਾਰ, ਕੋਈ ਉਹਨਾਂ ਦੇ ਵਿੱਚ ਤੁਛ ਮਾਤਰ ਵੀ ਵਿਚਾਰ ਅੰਤਰ ਕੱਛ ਨਾਹੀ, ਕੁਛ ਨਹੀਂ ਹੈਗਾ, ਦੋਵੇਂ ਇੱਕੋ ਹੀ ਸਰੂਪ ਹਨ। ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਹੀ। ਉਦਾਹਰਨ ਦੇ ਕੇ ਸਤਿਗੁਰੂ ਸਮਝਾ ਰਹੇ ਹਨ ਕਿ ਜਿਸ ਪ੍ਰਕਾਰ ਨਾਲ ਜਲ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਤਰੰਗ ਉਪਜਦੀ ਹੈ, ਭਾਵ ਲਹਿਰ ਉੱਠਦੀ ਹੈ, ਅਤੇ ਫਿਰ ਲਹਿਰ ਜੋ ਹੈ ਪਾਣੀ ਦੇ ਅੰਦਰ ਸਮਾ ਜਾਂਦੀ ਹੈ, ਤੇ ਕੋਈ ਇਹ ਕਹਿ ਨਹੀਂ ਸਕਦਾ ਕੋਈ ਉਹ ਲਹਿਰ ਵੱਖਰੀ ਸੀ ਜਾਂ ਉਸ ਨੂੰ ਕੋਈ ਵੱਖਰਾ ਫਿਰ ਕੱਢ ਨਹੀਂ ਸਕਦਾ ਜਿਸ ਸਮੇਂ ਉਹ ਲਹਿਰ ਪਾਣੀ ਵਿੱਚ ਸਮਾ ਜਾਵੇ। ਤਾਂ ਉਸੇ ਤਰੀਕੇ ਨਾਲ ਜੋ ਪਰਮੇਸ਼ਰ ਤੇ ਪਰਮੇਸ਼ਰ ਦੇ ਜਾਨ ਜੋ ਭਗਤ ਹਨ ਨਾ, ਉਹ ਇੱਕੋ ਸਰੂਪੀ ਹਨ, ਉਹਨਾਂ ਨੂੰ ਕੋਈ ਵੱਖਰਾ ਨਹੀਂ ਜਾਣ ਸਕਦਾ, ਵੱਖਰਾ ਨਹੀਂ ਕਰ ਸਕਦਾ। ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਜਬ ਆਇਸ ਪ੍ਰਭ ਕੋ ਭਇਓ, ਸਤਿਗੁਰੂ ਕਹਿੰਦੇ ਵੀ ਜਿਸ ਸਮੇਂ ਆਇਸ ਜੋ ਪਰਮੇਸ਼ਰ ਦੀ ਆਗਿਆ ਹੋਈ, ਹੁਕਮ ਹੋਇਆ, ਜਨਮ ਧਰਾ ਜਗ ਆਏ, ਉਸ ਸਮੇਂ ਫਿਰ ਅਸੀਂ ਜੋ ਜਨਮ ਧਾਰਿਆ ਇਸ ਮਾਤਲੋਕ ਸੰਸਾਰ ਦੇ ਅੰਦਰ ਆਏ, ਜਿਸ ਸਮੇਂ ਉਸ ਪਰਮੇਸ਼ਰ ਦੀ ਆਗਿਆ ਹੁਕਮ ਹੋਇਆ। ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਨਾਏ। ਅਬ ਮੈਂ, ਹੁਣ ਅਸੀਂ ਕਥਾ ਸੰਖੇਪ ਤੇ, ਜਿਹੜੀ ਕਥਾ ਸਾਡੀ ਜੀਵਨ ਕਥਾ ਹੈ, ਉਹ ਸੰਖੇਪ ਤੇ ਸੰਖੇਪ ਰੂਪ ਦੇ ਅੰਦਰ ਵਰਣਨ ਕਰ ਰਹੇ ਹਾਂ, ਤੇ ਸਭ ਨੂੰ ਕਹਿਤ ਸੁਣਾਏ, ਤੇ ਸਾਰਿਆਂ ਨੂੰ ਇਹ ਕਹਿ ਕੇ ਸੁਣਾਉਣਾ ਕਰਦੇ ਹਾਂ। ਇਸ ਪ੍ਰਕਾਰ ਨਾਲ ਸਾਧ ਸੰਗਤ ਜੋ ਸਤਿਗੁਰਾਂ ਨੇ ਆਪਣੀ ਜੀਵਨ ਕਥਾ ਲਿਖੀ, ਇਸ ਤੋਂ ਉਪਰੰਤ ਜੋ ਇੱਕ ਹੋਰ ਸ਼ਬਦ ਹੈ ਉਹ ਵੀ ਸਰਵਣ ਕਰ ਲਈਏ ਜੀ। ਕਬ ਬਾਚ ਦੋਹਰਾ ਥਾੜ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ ਕਿ ਮੈਂ ਪਰਮੇਸ਼ਰ ਦੇ ਅੱਗੇ ਠਾੜ ਭਇਓ, ਠਾੜ ਖੜਾ ਹੋ ਕਰਕੇ ਮੈਂ ਜੋਰ ਕਰ, ਦੋਏ ਹੱਥ ਜੋੜ ਕਰਕੇ ਬਚਨ ਕਹਾ ਸਿਰ ਨਿਆਏ, ਅਤੇ ਪਰਮੇਸ਼ਰ ਨੂੰ ਸਿਰ ਨੀਵਾਂ ਕਰਕੇ ਨਿਆ ਕੇ ਤੇ ਮੈਂ ਬਚਨ ਕਹਿਣਾ ਕੀਤਾ।
पंथ चले तब जगत में जब तुम करो ਕਿ सहाय। ਇਹ ਤੁਸੀਂ ਜੋ ਹੁਕਮ ਲਾਇਆ ਹੈ ਕਿ ਜੋ ਪੰਥ ਖਾਲਸਾ ਪੰਥ ਸੰਸਾਰ ਦੇ ਅੰਦਰ ਚਲਾਉਣਾ ਹੈ, ਇਹ ਸਤਿਗੁਰੂ ਕਹਿੰਦੇ ਹਨ ਕਿ ਇਹ ਪਰਮੇਸ਼ਰ ਉਦੋਂ ਹੀ ਚੱਲੇਗਾ ਜਦੋਂ ਤੁਸੀਂ ਸਹਾਇਤਾ ਕਰੋਗੇ। ਤੁਹਾਡੀ ਸਹਾਇਤਾ ਦੇ ਨਾਲ, ਤੁਹਾਡੇ ਬਲ ਦੇ ਨਾਲ ਹੀ ਇਹ ਖਾਲਸਾ ਪੰਥ ਚੱਲੇਗਾ। ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਨਾ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਖਾਲਸਾ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਹੈ ਅਤੇ ਫਤਿਹ ਵੀ ਉਸ ਪਰਮੇਸ਼ਰ ਦੀ ਹੋਵੇਗੀ। ਤਾਂ ਇੱਥੇ ਸਤਿਗੁਰੂ ਪਰਮੇਸ਼ਰ ਨੂੰ ਕਹਿ ਰਹੇ ਹਨ ਕਿ ਤੁਹਾਡੀ ਸਹਾਇਤਾ ਦੇ ਨਾਲ ਹੀ ਇਹ ਜੋ ਪੰਥ ਹੈ ਇਹ ਸੰਸਾਰ ਵਿੱਚ ਚੱਲੇਗਾ। ਇਸ ਪ੍ਰਕਾਰ ਨਾਲ ਸਾਧ ਸੰਗਤ, ਇਹ ਜੋ ਵਿਚਿੱਤਰ ਨਾਟਕ ਦੇ ਅੰਦਰ ਜੋ ਸਤਿਗੁਰਾਂ ਨੇ ਆਪਣੀ ਜੀਵਨੀ ਲਿਖੀ, ਉਹਦੇ ਵਿੱਚੋਂ ਇਹ ਜੋ ਸ਼ਬਦ ਸਨ ਉਹ ਇੱਥੇ ਆ ਰਹੇ ਸਨ, ਉਹ ਆਪਾਂ ਸਰਵਣ ਕੀਤੇ। ਤੇ ਇਸ ਤੋਂ ਅੱਗੇ ਜੋ ਵਿਚਿੱਤਰ ਨਾਟਕ ਦੇ ਅੰਦਰ ਸਤਿਗੁਰਾਂ ਨੇ ਆਪਦਾ ਜੀਵਨ, ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਤਪ ਕੀਤਾ ਹੇਮਕੁੰਟ ਸਾਹਿਬ ਦੇ ਪਰਬਤ ਤੇ, ਅਤੇ ਜਿਸ ਪ੍ਰਕਾਰ ਨਾਲ ਪਟਨਾ ਸਾਹਿਬ ਵਿਖੇ ਸਤਿਗੁਰਾਂ ਨੇ ਪ੍ਰਕਾਸ਼ ਧਾਰਿਆ, ਇਹ ਸਤਿਗੁਰੂ ਕਿਰਪਾ ਕਰਨ ਜੋ ਆਪਾਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹ ਸਾਰੀ ਕਥਾ ਨੂੰ ਵਿਸਥਾਰ ਸਹਿਤ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਦੇ। ਅਤੇ ਜੋ ਅਗਲੇ ਸ਼ਬਦ ਆ ਰਹੇ ਹਨ ਉਹ ਆਪਾਂ ਸਰਵਣ ਕਰਨਾ ਕਰੀਏ ਜੀ। दोहरा जे जे तुमरे ध्यान को नित उठते हैं संत। ਇਹ ਜੋ ਸਾਧ ਸੰਗਤ ਸ਼ਬਦ ਆ ਰਹੇ ਹਨ, ਇਹ ਸਤਿਗੁਰਾਂ ਨੇ ਜੋ 24 ਅਵਤਾਰਾਂ ਦੀ ਕਥਾ ਦੇ ਅੰਦਰ ਜੋ ਰਾਮਾ ਅਵਤਾਰ ਸਤਿਗੁਰਾਂ ਨੇ ਵਰਣਨ ਕੀਤਾ ਹੈ, ਜੋ ਸ਼੍ਰੀ ਰਾਮਚੰਦਰ ਉਹਨਾਂ ਦਾ ਜੋ ਜੀਵਨ ਬਿਰਤਾਂਤ ਸਤਿਗੁਰਾਂ ਨੇ ਲਿਖਣਾ ਕੀਤਾ ਹੈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਤੇ ਉਹਦੇ ਵਿੱਚੋਂ ਜੋ ਬੇਨਤੀ ਰੂਪ ਅੰਦਰ ਸ਼ਬਦ ਸਤਿਗੁਰਾਂ ਨੇ ਪਰਮੇਸ਼ਰ ਨੂੰ ਕਹੇ, ਉਹ ਸ਼ਬਦ ਆ ਰਹੇ ਹਨ। ਜੇ ਜੇ ਤੁਮਰੇ ਧਿਆਨ ਕੋ, हे ਪਰਮੇਸ਼ਰ, ਜਿਹੜੇ ਜਿਹੜੇ ਜੀਵ ਤੁਹਾਡੇ ਧਿਆਨ ਨੂੰ ਨਿਤ ਉੱਠਦੇ ਹੈਗੇ ਸੰਤ, ਧਿਆਨ ਹੈ ਸੰਤ ਵੀ ਨਿਤ, ਜਿਹੜੇ ਸੰਤ ਤੁਹਾਡੇ ਜਿਹੜੇ ਜੀਵ ਤੁਹਾਡੇ ਧਿਆਨ ਨੂੰ, हे ਪਰਮੇਸ਼ਰ, ਤੁਹਾਨੂੰ ਨਿਤ ਉੱਠ, ਹਰ ਰੋਜ਼ ਉੱਠ ਕਰਕੇ ਤੁਹਾਨੂੰ ਹਰ ਰੋਜ਼ ਧਿਆਉਣਾ ਕਰਨਗੇ ਜਿਹੜੇ ਜੀਵ। अंतल हैगे मुक्त फल पव हीके भगवंत। ਉਹਨਾਂ ਨੂੰ ਕੀ ਫਲ ਮਿਲੂਗਾ ਜੀ? ਅੰਤਲ ਹੈਗੇ ਮੁਕਤ ਫਲ। ਅੰਤ ਦੇ ਵੇਲੇ ਫਿਰ ਉਹਨਾਂ ਨੂੰ ਮੁਕਤੀ ਦਾ ਫਲ ਮਿਲੂਗਾ, ਮੁਕਤੀ ਪ੍ਰਦਾਨ ਹੋ ਜਾਵੇਗੀ। ਪਾਵੇਂਗੇ ਭਗਵੰਤ, ਤੇ ਪਰਮੇਸ਼ਰ ਨੂੰ ਪ੍ਰਾਪਤ ਹੋ ਜਾਣਗੇ। ਜੋ ਪਰਮੇਸ਼ਰ ਦਾ ਸੱਚਖੰਡ ਹੈ ਉਸ ਦੇ ਅੰਦਰ ਉਸ ਨੂੰ ਉਹ ਪ੍ਰਾਪਤ ਹੋ ਜਾਣਗੇ, ਜਿਹੜੇ ਉਸ ਪਰਮੇਸ਼ਰ ਦਾ ਨਿਤ ਉੱਠ, ਰੋਜ਼ਾਨਾ ਉੱਠ ਕਰਕੇ ਅੰਮ੍ਰਿਤ ਵੇਲੇ ਤੇ ਉਸ ਦਾ ਧਿਆਨ ਧਰਨਗੇ। ਜਿਹੜੇ दोहरा काल पुरख की देह मोह कोटिक विष्ण महेश। ਜੋ ਕਾਲ ਪੁਰਖ ਕੀ ਦੇਹ ਮੋ, ਸਤਿਗੁਰੂ ਫਰਮਾਉਂਦੇ ਜਿਹੜੀ ਅਕਾਲ ਪੁਰਖ, ਕਾਲਣ ਕੋ ਕਾਲ ਮਹਾ ਕਾਲਣ ਕੋ ਕਾਲ, ਜਿਹੜਾ ਪਰਮਾਤਮਾ ਕਾਲ ਹੈ, ਪੁਰਖ ਕੀ ਦੇਹ, ਉਸ ਪਰਮੇਸ਼ਰ ਦੇ ਦੇਹ ਭਾਵ ਸਰੂਪ ਦੇ ਅੰਦਰ ਕੋਟਿਕ ਵਿਸ਼ਨੂੰ, ਕਰੋੜਾਂ ਹੀ ਵਿਸ਼ਨੂੰ ਅਤੇ ਮਹੇਸ਼, ਕਰੋੜਾਂ ਹੀ ਮਹਾਦੇਵ ਉਸ ਸਤ ਪਰਮੇਸ਼ਰ ਦੇ ਸਰੂਪ ਅੰਦਰ ਸਮਾ ਰਹੇ ਹਨ। कोट इंद्र ब्रह्मा किते रव सिस क्रोजलेस। कोट इंद्र, करोड़ा ही इंद्र, ब्रह्मा किते, अरे करोड़ा ही ब्रह्मा, कितने ही किते, कितने ही ब्रह्मा, रब सस ते करोड़ जलेस। रब सस भाव सूरज चंद्रमा, इस प्रकार नाल जो ये सारे देवते हैं, ये सतगुरु फरमा रहे हैं कि उस परमेश्वर के विशाल स्वरूप के अंदर समा रहे हैं। विशाल रूप, ऐसा जो परमेश्वर का विशाल स्वरूप है। दोहरा राम कथा जुग जुग अटल सब कोई भाखत नेत। जो राम कथा जुग जुग अटल, ये जो रामावतार दे विचों जो कथा आ रही है ना सतगुरां दी, ये जो वचन आ रहे हैं, इस दे अंदर सतगुरु फरमाते भी सब कोई भाखत नेत, ਜਿਹੜੇ ਸ਼੍ਰੀ ਰਾਮ ਜੀ ਦੇ ਭਗਤ ਜੋ ਉਹਨਾਂ ਦੇ ਉਪਾਸਕ ਹਨ, ਉਹ ਇਹ ਕਹਿ ਰਹੇ ਹਨ ਕਿ ਜਿਹੜੀ ਰਾਮ ਜੀ ਦੀ ਕਥਾ ਹੈ ਨਾ, ਸ਼੍ਰੀ ਰਾਮਚੰਦਰ ਜੀ ਦੀ ਕਥਾ, ਉਹ ਜੁਗ ਜੁਗ ਅਟਲ ਹੈ। ਸੁਰਗਵਾਸ ਰਘੁਬਰ ਕਰਾ ਸਗਰੀਪੁਰੀ ਸਮੇਤ। ਉਹ ਜਿਹੜੇ ਸ਼੍ਰੀ ਰਾਮਚੰਦਰ ਜੀ ਦੇ ਉਪਾਸਕ ਹਨ, ਉਹ ਇਹ ਕਹਿ ਰਹੇ ਹਨ ਕਿ ਜੋ ਜਿਸ ਸਮੇਂ ਸੁਰਗਵਾਸ ਰਘੁਬਰ ਕਰਾ, ਰਘੁਬਰ ਭਾਵ ਜੋ ਰਘੂ ਕੁਲ ਦਾ ਮੋਢੀ, ਜੋ ਰਘੂ ਕੁਲ ਦਾ ਪ੍ਰਕਾਸ਼ਕ, ਜੋ ਸ਼੍ਰੀ ਰਾਮਚੰਦਰ ਜੀ ਹਨ, ਉਹਨਾਂ ਨੇ ਜੋ ਆਪਣੀ ਸਾਰੀ ਪੁਰੀ ਸੀਗੀ, ਨਗਰੀ ਸੀਗੀ, ਉਸ ਨੂੰ, ਸਾਰੀ ਨਗਰੀ ਨੂੰ ਹੀ ਆਪਦੇ ਸਮੇਤ ਜੋ ਸੁਰਗਾਂ ਦੇ ਵਿੱਚ ਲੈ ਗਏ ਸੀ, ਸਾਰਿਆਂ ਨੂੰ ਹੀ ਉਹਨਾਂ ਨੇ ਤਾਰ ਦਿੱਤਾ ਸੀ। ਅਤੇ ਇਹ ਜੋ ਕਥਾ ਉਹ ਰਾਮ ਜੀ ਦੇ ਉਪਾਸਕ ਹਨ, ਉਹ ਇਹ ਕਹਿਣਾ ਕਰ ਰਹੇ ਹਨ ਕਿ ਇਹ ਜੁਗੋ ਜੁਗ ਅਟਲ ਹੈ। ਇਸੇ ਪ੍ਰਕਾਰ ਸਾਧ ਸੰਗਤ ਅੰਤਰੀਵ ਅਰਥਾਂ ਦੇ ਵਿੱਚ ਜੋ ਰਾਮ ਕਥਾ ਜੁਗ ਜੁਗ ਅਟਲ, ਜਿਹੜਾ ਰਾਮ ਰਮਿਆ ਹੋਇਆ ਪਰਮੇਸ਼ਰ ਹੈ,
ਉਸ ਦੀ ਜਿਹੜੀ ਕਥਾ, ਉਸ ਦਾ ਜਿਹੜਾ ਵਿਸਥਾਰ ਹੈ ਉਹ ਜੁਗਾਂ ਤੱਕ ਉਹ ਅਟੱਲ ਹੀ ਹੈ, ਉਸ ਨੂੰ ਕੋਈ ਟਾਲ ਨਹੀਂ ਸਕਦਾ। ਐਸੀ ਪਰਮੇਸ਼ਰ ਦੀ ਜਿਹੜੀ ਹਸਤੀ ਹੋਂਦ ਹੈ, ਰਾਮ ਕਥਾ ਜੁਗ ਅਟੱਲ, ਸਭ ਕੋਈ ਭਾਖਤ ਨੇਤ, ਅਤੇ ਸਭ ਕੋਈ ਸਾਰੇ ਇਹ ਪਰਮੇਸ਼ਰ ਜਿਹੜੇ ਤੁਹਾਡੇ ਸਾਧੂ ਸੰਤ ਸੇਵਕ ਹਨ, ਇਹ ਸਾਰੇ ਹੀ ਤੁਹਾਡੀ ਕਥਾ ਨੂੰ ਬਿਆਨਾ ਕਰ ਰਹੇ ਹਨ ਕਿ ਜਿਸ ਪ੍ਰਕਾਰ ਦੇ ਨਾਲ ਸੁਰਗਵਾਸ ਰਘੁਬਰ ਕਰਾ, ਕਿ ਸ਼੍ਰੀ ਰਾਮ ਚੰਦਰ ਜੀ ਨੇ ਜੋ ਰਘੁਬਰ ਜਿਹੜੀ ਸਾਰੀ ਪੁਰੀ ਨੂੰ ਉਹਨਾਂ ਨੇ ਤਾਰ ਦਿੱਤਾ ਸੀਗਾ ਸ਼੍ਰੀ ਰਾਮ ਚੰਦਰ ਜੀ ਨੇ, ਉਸੇ ਹੀ ਪ੍ਰਕਾਰ ਜੋ ਪਰਮੇਸ਼ਰ ਹੈ ਉਹ ਸਾਰੇ ਹੀ ਆਪਣੇ ਸੰਤਾਂ ਭਗਤਾਂ ਨੂੰ ਆਪਣੇ ਜਿਹੜੀ ਪੁਰੀ ਜਿਹੜੀ ਸੁਰਗ ਸੱਚਖੰਡ ਹੈ, ਜੋ ਸਤਿਗੁਰਾਂ ਦਾ ਨਿਵਾਸ, ਆਪਣੇ ਕੋਲ ਉਹ ਪਰਮੇਸ਼ਰ ਉਹਨਾਂ ਨੂੰ ਫਿਰ ਨਾਲ ਲੈ ਜਾਂਦਾ ਹੈ ਜੋ ਉਸ ਪਰਮੇਸ਼ਰ ਨੂੰ ਧਿਆਉਣਾ ਕਰਦੇ ਹਨ। ਇਹ ਪਰਮੇਸ਼ਰ ਜੋ ਤੁਹਾਡੇ ਸੰਤ ਭਗਤ ਹਨ ਉਹ ਇਹ ਕਹਿ ਰਹੇ ਹਨ ਕਿ ਇਹ ਜਿਹੜੀ ਕਥਾ, ਇਸ ਪ੍ਰਕਾਰ ਪਰਮੇਸ਼ਰ ਤੁਹਾਡੀ ਕਥਾ ਵੀ ਅਟੱਲ ਹੈ। ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ, ਜੋ ਇਹ ਕਥਾ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਹੁਣ ਕਥਾ ਕਰਨ ਦਾ, ਕਥਾ ਸੁਣਨ ਦਾ ਜੋ ਫਲ ਇੱਥੇ ਲਿਖ ਰਹੇ ਹਨ ਕਿ ਜੋ ਇਹ ਕਥਾ, ਜੋ ਇਸ ਗੁਰਬਾਣੀ ਦੀ ਕਥਾ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਕਥਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਜੋ ਕਥਾ ਸੁਣੈ ਅਰ ਗਾਵੇ, ਜਿਹੜੇ ਸੁਣਦੇ ਆ ਅਤੇ ਜਿਹੜੇ ਗਾਉਂਦੇ ਆ, ਪਰਮੇਸ਼ਰ ਦੀ ਕਥਾ ਕਰਦੇ ਹਨ, ਦੁੱਖ ਪਾਪ ਤਹਿ ਨਿਕਟ ਨ ਆਵੇ, ਫਿਰ ਉਹਨਾਂ ਦੇ ਨੇੜੇ ਦੁੱਖ ਪਾਪ ਇਹ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ। ਇਹਨਾਂ ਦੇ ਜਿਹੜੇ ਪਰਮੇਸ਼ਰ ਦੀ ਕਥਾ, ਗੁਰਬਾਣੀ ਦੀ ਕਥਾ ਕਰਦੇ ਆ ਅਤੇ ਸੁਣਦੇ ਹਨ। ਵਿਸ਼ਨ ਭਗਤ ਕੀ ਇਹ ਫਲ ਹੋਈ, ਵਿਸ਼ਨ ਭਾਵ ਪਰਮੇਸ਼ਰ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਅੰਦਰ ਵਿਸ਼ਨ ਦਾ ਅਰਥ ਪਰਮਾਤਮਾ ਕੀਤਾ ਹੈ। ਜੋ ਪਰਮਾਤਮਾ ਦੇ ਭਗਤ ਹਨ, ਵਾਹਿਗੁਰੂ ਜੋ ਪਰਮਾਤਮਾ ਦੀ ਭਗਤੀ ਹੈ ਉਸ ਦਾ ਇਹ ਫਲ ਹੁੰਦਾ ਹੈ। ਆਪ ਬਿਆਦ ਛਵੈ ਸਕੇ ਨਾ ਕੋਈ, ਆਦ ਬਿਆਦ ਛਵੈ ਸਕੇ ਨਾ ਕੋਈ, ਕਿ ਜਿਹੜੇ ਆਦਿ ਵਿਆਦੀ ਰੋਗ ਹਨ, ਆਦ ਬਿਆਦ ਹਨ, ਉਹ ਕੋਈ ਛੋਹ ਵੀ ਨਹੀਂ ਸਕਦਾ। ਐਸੀ ਜੋ ਪਰਮੇਸ਼ਰ ਦੀ ਭਗਤੀ ਕਰਨ ਦਾ ਸਤਿਗੁਰੂ ਫਲ ਲਿਖ ਰਹੇ ਹਨ। ਸੰਮਤ 17 ਸਹਿਸ 55, ਇੱਥੇ ਸਤਿਗੁਰੂ ਫਰਮਾ ਰਹੇ ਹਨ ਕਿ ਇਹ ਜੋ ਰਾਮਾ ਅਵਤਾਰ ਜੋ ਗ੍ਰੰਥ, ਜੋ ਰਾਮਾ ਅਵਤਾਰ ਜਿਹੜੀ ਬਾਣੀ ਇਹ ਕਿੱਥੇ ਸੰਪੂਰਨ ਹੋਈ ਤੇ ਕਦੋਂ ਹੋਈ, ਉਹ ਸਤਿਗੁਰੂ ਫਰਮਾ ਰਹੇ ਹਨ। ਸੰਮਤ 17 ਸਹਿਸ, ਸੰਮਤ 1755 ਭਾਵ 55, ਜੋ 1755 ਸੰਮਤ ਦੇ ਅੰਦਰ ਹਾੜ ਵਦੀ ਪ੍ਰਿਥਮ ਸੁਖ ਦਾਵਨ, ਹਾੜ ਵਦੀ ਪ੍ਰਥਮ, ਜੋ ਹਾੜ ਮਹੀਨੇ ਦੀ ਵਦੀ ਪਹਿਲੀ ਵਦੀ ਨੂੰ ਸੁਖ ਦਾਵਨ, ਸੁਖ ਦੇ ਸਹਿਤ ਇਹ ਜੋ ਸੁਖ ਦੇਣ ਵਾਲੀ ਇਹ ਕਥਾ ਇਹ ਸੰਪੂਰਨ ਹੋਈ। ਪ੍ਰਸਾਦ ਕਰ ਗ੍ਰੰਥ ਸੁਧਾਰਾ, ਮੈਂ ਪ੍ਰਸਾਦ ਕਰ, ਇਹ ਪਰਮੇਸ਼ਰ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਗ੍ਰੰਥ ਜਿਹੜਾ ਇਹ ਰਾਮਾ ਅਵਤਾਰ ਇਹ ਜੋ ਗ੍ਰੰਥ ਹੈ ਇਹ ਸੰਪੂਰਨ ਹੋਇਆ। ਭੂਲ ਭਰੀ ਲੋਹ ਲੇਹੋ ਸੁਧਾਰਾ, ਸਤਿਗੁਰੂ ਇੱਥੇ ਆਪ ਅਭੁੱਲ, ਜਿਹੜੇ ਗੁਰੂ ਦਾ ਤਾਰ ਆਪ ਪਰਮੇਸ਼ਰ ਦਾ ਅਭੁੱਲ ਹੈ, ਸਤਿਗੁਰੂ ਵੀ ਅਭੁੱਲ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਪਰ ਇੱਥੇ ਸਤਿਗੁਰੂ ਨਿਮਰਤਾ ਸਹਿਤ ਬਚਨ ਕਰ ਰਹੇ ਹਨ ਪਰਮੇਸ਼ਰ ਜੀ ਨੂੰ, ਕਿ ਸਤਿਗੁਰੂ ਬਚਨ ਕਰਦੇ ਹਨ ਕਿ ਭੂਲ ਭਰੀ ਲੋਹ ਲੇਹੋ ਸੁਧਾਰਾ, ਕਿ ਜੇਕਰ ਕੋਈ ਭੁੱਲ ਹੋ ਜਾਵੇ, ਭੁੱਲ ਹੋ ਗਈ ਹੈ ਤਾਂ ਪਰਮੇਸ਼ਰ ਤੁਸੀਂ ਆਪ ਸੁਧਾਰਨਾ ਕਰੋ ਜੀ। ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਰਵ ਤੀਰਥ ਰੰਗ, ਇਹੋ ਸਤਿਗੁਰੂ ਜਗ੍ਹਾ ਦੱਸ ਰਹੇ ਹਨ ਕਿ ਕਿੱਥੇ ਬੈਠ ਕਰਕੇ ਇਹ ਜਿਹੜੀ ਕਥਾ ਦੀ ਸੰਪੂਰਨ ਹੋਈ। ਨੇਤਰ ਤੁੰਗ ਕੇ ਚਰਨ ਤਰ, ਨੇਤਰ ਭਾਵ ਦੋ, ਤੁੰਗ ਭਾਵ ਜਿਹੜੀਆਂ ਪਹਾੜੀਆਂ, ਕਿ ਚਰਨ ਤਰ ਇਹ ਦੋ ਪਹਾੜੀਆਂ ਦੇ ਚਰਨ ਭਾਵ ਉਹਨਾਂ ਦੇ ਥੱਲੇ, ਜਾਂ ਨੇਤਰ ਤੁੰਗ ਜੋ ਨੈਣਾ ਦੇਵੀ ਦੀ ਪਹਾੜੀ ਹੈ ਉਸ ਦੇ ਥੱਲੜੇ ਪਾਸੇ, ਸਤੁਦਰਵ ਤੀਰਥ ਰੰਗ ਜੋ ਸਤਲੁਜ ਦਰਿਆ ਹੈ ਉਸ ਦੇ ਕਿਨਾਰੇ ਉੱਤੇ। ਸ਼੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ, ਇਹ ਜੋ ਰਘੁਬਰ ਕਥਾ ਸ਼੍ਰੀ ਰਾਮਚੰਦਰ ਜੀ ਦੀ ਕਥਾ ਜੋ ਭਗਵਤ ਪੁਰਾਣ ਦੇ ਵਿੱਚੋਂ ਸਤਿਗੁਰਾਂ ਨੇ ਲੈ ਕਰਕੇ ਲਿਖੀ ਹੈ ਉਹ ਇੱਥੇ ਬਖਸ਼ਿਸ਼ ਕਰਦੇ ਹਨ ਕਿ ਉਹ ਇੱਥੇ ਸੰਪੂਰਨ ਹੋਈ ਹੈ। ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ, ਸਾਧ ਜੋ ਸਾਧੂ ਜਨ ਜੋ ਸ਼ੁਭ ਕਰਮ ਕਰਨ ਵਾਲੇ ਅਤੇ ਜੋ ਅਸਾਧ ਅਸ਼ੁਭ ਕਰਨ ਵਾਲੇ ਮੰਦੇ, ਚੰਗੇ ਅਤੇ ਮੰਦੇ, ਸਤਿਗੁਰੂ ਕਹਿੰਦੇ ਵੀ ਜਾਣੋ ਨਹੀਂ, ਮੈਂ ਇਹਨਾਂ ਦੇ ਵਿੱਚ ਅੰਤਰ ਨਹੀਂ ਜਾਣਦਾ, ਜੋਤ ਜੋ ਪਰਮੇਸ਼ਰ ਦੀ ਹੀ ਇਹਨਾਂ 'ਚ ਵਿਆਪ ਰਹੀ ਹੈ। ਬਾਦ ਸੁਬਾਦ ਵਿਵਾਦ, ਅਤੇ ਮੈਂ ਬਾਦ ਦੇ ਵਿੱਚ, ਬਾਦ ਹੁੰਦਾ ਹੈ ਜੋ ਵਿਚਾਰ, ਸੁਬਾਦ ਹੁੰਦਾ ਜਿਹੜੀ ਝਗੜੇ ਵਾਲੀ ਵਿਚਾਰ, ਇਸ ਪ੍ਰਕਾਰ ਨਾਲ ਸਤਿਗੁਰੂ ਕਹਿੰਦੇ ਮੈਂ ਇਹਨਾਂ ਦੇ ਵਿੱਚ ਨਹੀਂ ਪੈਂਦਾ। ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ, ਇਹ ਜੋ ਗ੍ਰੰਥ ਹੈ ਇਹ ਸਾਰਾ ਹੀ ਸੰਪੂਰਨ ਹੋਇਆ ਹੈ ਉਸ ਭਗਵਤ ਪਰਮੇਸ਼ਰ ਦੀ ਕਿਰਪਾ ਨਾਲ ਹੀ ਇਹ ਜੋ ਗ੍ਰੰਥ ਸੰਪੂਰਨ ਹੋਇਆ ਹੈ। ਸਵਈਆ
ਪਾਹੇ ਗਹੀਂ ਜਬ ਤੇ ਤੁਮਰੇ ਤਬ ਤੇ ਕੋ ਮਾਖ ਤੇਰੇ ਨਹੀਂ ਆਨਿਓ। ਹੁਣ ਸਾਧ ਸੰਗਤ ਇੱਥੇ ਸਤਿਗੁਰੂ ਸਪਸ਼ਟ ਕਰਕੇ ਬਚਨ ਕਰ ਰਹੇ ਹਨ, ਕਿਉਂਕਿ ਜਿਸ ਸਮੇਂ ਆਪਾਂ ਇਹ ਪੜ੍ਹਦੇ ਹਾਂ ਗੁਰਬਾਣੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਰਾਮਾ ਅਵਤਾਰ ਲਿਖਣਾ ਕੀਤਾ, ਜੋ ਰਮਾਇਣ ਦਾ ਉਲੱਥਾ ਕਰਕੇ ਸਤਿਗੁਰਾਂ ਨੇ ਇੱਥੇ ਲਿਖਿਆ, ਜੋ ਸ੍ਰੀ ਕ੍ਰਿਸ਼ਨ ਜੀ ਦੀ ਕਥਾ ਲਿਖੀ ਤੇ ਆਪਣੇ ਮਨ 'ਚ ਇੱਕ ਤੇ ਵਿਚਾਰ ਨਾ ਆ ਜਾਵੇ ਕਿ ਸਤਿਗੁਰੂ ਇਹਨਾਂ ਦੇ ਉਪਾਸਕ ਹਨ, ਇਹਨਾਂ ਦੀ ਪੂਜਾ ਕਰਦੇ ਹਨ। ਸਤਿਗੁਰੂ ਇੱਥੇ ਸਪਸ਼ਟ ਕਰਕੇ ਦੱਸਣਾ ਕਰ ਰਹੇ ਹਨ ਕਿ ਪਾਏ ਗਏ ਜਬ ਦੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਨੇ, ਕਿ ਜਦੋਂ ਤੋਂ ਅਸੀਂ ਇਹ ਪਰਮੇਸ਼ਰ ਤੁਹਾਡੇ ਚਰਨ ਗਏ, ਤੁਹਾਡੇ ਚਰਨਾਂ ਵਿੱਚ ਆਏ, ਤਬ ਤੇ ਉਦੋਂ ਤੋਂ ਆਂਖ ਤੇਰੇ, ਅਸੀਂ ਆਪਦੀ ਅੱਖ ਦੇ ਥੱਲੇ, ਅਸੀਂ ਆਪਦੀ ਨਿਗਾਹ ਦੇ ਵਿੱਚ ਹੋਰ ਕਿਸੇ ਨੂੰ ਵੀ ਨਹੀਂ ਲਿਆਂਦਾ। ਰਾਮ ਰਹੀਮ ਪੁਰਾਣ ਕੁਰਾਨ। ਰਾਮ ਰਹੀਮ, ਜੋ ਰਾਮ ਹਿੰਦੂ ਮਤ ਦੇ ਜੋ ਅਵਤਾਰ ਹੋਏ, ਰਹੀਮ ਜੋ ਮੁਸਲਮਾਨਾਂ ਦੇ ਪੈਗੰਬਰ, ਅਤੇ ਕੁਰਾਨ ਜੋ ਹਿੰਦੂ ਮਤ ਦੇ ਗ੍ਰੰਥ, ਧਾਰਮਿਕ ਗ੍ਰੰਥ, ਕੁਰਾਨ ਜੋ ਮੁਸਲਮਾਨ ਮਤ ਦੇ ਧਾਰਮਿਕ ਗ੍ਰੰਥ। ਅਨੇਕ ਕਹਿ ਮਤ ਏਕ ਨਾ ਮਾਨਿਓ। ਅਨੇਕ ਕਹਿ, ਇਹਨਾਂ ਜਿਹੜੇ ਹਿੰਦੂ ਮਤ ਦੇ ਪੈਗੰਬਰਾਂ ਨੇ, ਦੇਵਤਿਆਂ ਨੇ, ਅਵਤਾਰਾਂ ਨੇ, ਅਤੇ ਮੁਸਲਮਾਨਾਂ ਦੇ ਜੋ ਗ੍ਰੰਥਾਂ ਨੇ, ਇਹਨਾਂ ਸਾਰਿਆਂ ਨੇ ਹੀ ਅਨੇਕ ਕਹਿ, ਬੜਾ ਕੁਝ ਕਿਹਾ, ਬੜੇ ਮਤ ਕਹੇ, ਏਕ ਨਾ ਮੰਨ। ਮਤ ਮੈਂ ਉਹਨਾਂ ਦੀ ਮਤ ਨੂੰ ਇੱਕ ਵੀ ਮਤ ਉਹਨਾਂ ਦੀ ਮੈਂ ਨਹੀਂ ਮੰਨੀ। ਸਿਮਰਿਤ ਸ਼ਾਸਤਰ ਵੇਦ ਸਭੈ। ਸਿਮਰਤੀਆਂ ਸ਼ਾਸਤਰਾਂ ਅਤੇ ਵੇਦਾਂ ਨੇ, ਵੇਦ ਸਭੈ, ਬਹੁ ਭੇਦ ਇਹਨਾਂ ਕਹਿ ਨੇ ਬਹੁਤ ਭੇਦ ਕਹੇ, ਬੜੀਆਂ ਭੇਦ ਦੀਆਂ ਗੱਲਾਂ ਕਹੀਆਂ, ਹਮ ਏਕ ਨਾ ਜਾਣਿਓ। ਪਰ ਅਸੀਂ ਇੱਕ ਵੀ ਨਹੀਂ ਜਾਣੀ ਇਹਨਾਂ ਦੀ, ਇਹਨਾਂ ਦੇ ਆਖੇ ਨਹੀਂ ਲੱਗੇ, ਇਹਨਾਂ ਦੀ ਉਪਾਸਨਾ ਨਹੀਂ ਕੀਤੀ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ। ਸ੍ਰੀ ਅਸਪਾਨ, ਹੈ ਸੁਭਾਏਮਾਨ ਪਰਮੇਸ਼ਰ, ਅਸਪਾਨ ਜੋ ਕਿਰਪਾਨ ਦੀ ਧੁਜਾ ਵਾਲਾ, ਕਿਰਪਾਨ ਦੇ ਨਿਸ਼ਾਨ ਵਾਲਾ, ਐਸਾ ਜੋ ਪਰਮੇਸ਼ਰ, ਕਿਰਪਾ ਤੁਮਰੀ ਕਰ, ਤੁਹਾਡੀ ਕਿਰਪਾ ਦੇ ਨਾਲ। ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਜੋ ਗ੍ਰੰਥ ਸੰਪੂਰਨ ਹੋਇਆ, ਇਹ ਜੋ ਕਥਾ ਲਿਖੀ ਹੈ ਸਾਰੀ, ਇਹ ਤੁਹਾਡੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਲਿਖਣਾ ਹੋਈ ਹੈ। ਤੇ ਮੈਂ ਨਾ ਕਹਿਓ, ਇਹ ਮੈਂ ਨਹੀਂ ਕਿਹਾ ਕੁਝ ਵੀ, ਸਭ ਤੋਹੇ ਬਖਾਨਿਓ, ਤੁਸੀਂ ਹੀ ਕਹਿ ਕੇ ਆਪ ਲਿਖਵਾਇਆ, ਇਹ ਕਹਾਇਆ ਹੈ ਤੁਸੀਂ, ਇਹ ਪਰਮੇਸ਼ਰ, ਐਸੇ ਤੁਸੀਂ ਦਿਆਲਤਾ ਕਰਨ ਵਾਲੇ ਹੋ। ਸਾਧ ਸੰਗਤ, ਇਹ ਜੋ ਸਤਿਗੁਰਾਂ ਨੇ ਇੱਥੇ ਸਪਸ਼ਟ ਕਰਕੇ 6ਵੀਂ ਸ਼ਬਦ ਦੇ ਅੰਦਰ ਲਿਖਿਆ ਕਿ ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸਨ ਬਿਸ਼ਨ ਕਬਹੂ ਨਹਿ ਧਿਆਉ। ਨਾ ਕ੍ਰਿਸ਼ਨ ਨੂੰ, ਵਿਸ਼ਨੂੰ ਨੂੰ, ਗਣੇਸ਼ ਨੂੰ, ਕਿਸੇ ਨੂੰ ਵੀ ਮੈਂ ਨਹੀਂ ਧਿਆਉਂਦਾ, ਕੋਈ ਮੇਰਾ ਇਸ਼ਟ ਨਹੀਂ ਹੈ। ਇੱਥੇ ਵੀ ਸਤਿਗੁਰੂ ਫਰਮਾਉਂਦੇ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ, ਇਹ ਸਾਰੇ ਹੀ, ਇਹਨਾਂ 'ਚੋਂ ਮੈਂ ਕਿਸੇ ਨੂੰ ਵੀ ਨਹੀਂ ਪੂਜਦਾ, ਕਿਸੇ ਨੂੰ ਵੀ ਨਹੀਂ ਮੰਨਦਾ। ਸਤਿਗੁਰਾਂ ਦਾ ਕੇਵਲ ਤਾਂ ਕੇਵਲ ਜੋ ਇਸ਼ਟ ਹੈ, ਉਹ ਫਰਮਾਉਂਦੇ ਹਨ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਜੋ ਇਹ ਪਰਮੇਸ਼ਰ ਤੁਹਾਡੀ ਹੀ ਕਿਰਪਾ ਹੈ, ਤੁਹਾਡੀ ਕਿਰਪਾ ਸਦਕਾ ਹੀ ਇਹ ਜੋ ਗ੍ਰੰਥ ਸੰਪੂਰਨ ਹੋਇਆ ਹੈ, ਅਤੇ ਮੈਂ ਤੁਹਾਡਾ ਹੀ ਉਪਾਸਕ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਕਿਉਂਕਿ ਸਾਧ ਸੰਗਤ, ਜੋ ਸਾਡੇ ਮੇਰੇ ਵਰਗੇ ਕਈ ਭੁੱਲੜ ਸਿੱਖ ਹੋ ਜਾਂਦੇ ਹਨ ਨਾ, ਕਿ ਜੋ ਗਲ ਵਿੱਚ ਜੋ ਗਾਤਰਾ ਵੀ ਪਾਇਆ ਹੁੰਦਾ ਹੈ, ਅਤੇ ਫਿਰ ਕਹਿਣਗੇ ਕਿ ਅਸੀਂ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ, ਅਸੀਂ ਹੋਰ ਕਿਸੇ ਗ੍ਰੰਥ ਨੂੰ ਹੀ ਨਹੀਂ ਮੰਨਦੇ। ਪਰ ਸਾਧ ਸੰਗਤ, ਫਿਰ ਜੇ ਉਹਨਾਂ ਨੂੰ ਪੁੱਛਣਾ ਕਰੀਏ ਵੀ ਤੁਸੀਂ ਅੰਮ੍ਰਿਤ ਫਿਰ ਕਿਉਂ ਛਕਿਆ, ਕਿਉਂਕਿ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਹ ਕਿਤੇ ਵੀ ਅੰਮ੍ਰਿਤ ਛਕਣ ਬਾਰੇ ਨਹੀਂ ਲਿਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਕੇਵਲ ਪਹਿਲੇ 5 ਪਾਤਸ਼ਾਹੀਆਂ ਅਤੇ 9ਵੇਂ ਪਾਤਸ਼ਾਹ, ਇਹ 6 ਸਤਿਗੁਰਾਂ ਦੇ ਹੀ ਨਾਮ ਆਉਂਦੇ ਹਨ, 6 ਸਤਿਗੁਰਾਂ ਦੀ ਹੀ ਬਾਣੀ ਹੈ। ਤੇ ਫਿਰ ਸਾਧ ਸੰਗਤ, ਆਪਾਂ ਕਹਿ ਰਹੇ ਹਾਂ ਕਿ ਆਪਣੇ 10 ਗੁਰੂ ਸਾਹਿਬਾਨ ਅਤੇ 11ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਇਹ ਫਿਰ ਕਿੱਥੋਂ ਪਤਾ ਲੱਗੇਗਾ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਦਰ ਤਾਂ ਇਹਨਾਂ ਦੇ ਬਾਰੇ ਕੋਈ ਬਚਨ ਹੀ ਨਹੀਂ। ਇਹ ਸਾਧ ਸੰਗਤ ਕੇਵਲ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਅੰਦਰ ਇਹ ਬਚਨ ਆਉਂਦਾ ਹੈ, ਜੋ ਆਪਣੇ 10 ਗੁਰੂ ਸਾਹਿਬਾਨਾਂ ਦੇ ਨਾਮ, ਜੋ ਆਪਾਂ ਅਰਦਾਸ ਦੇ ਅੰਦਰ, ਜੋ ਪਹਿਲਾ ਪਹਿਰਾ ਅਰਦਾਸ ਦਾ ਆਪਾਂ ਪੜ੍ਹਦੇ ਹਾਂ ਕਿ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਇਸੇ ਪ੍ਰਕਾਰ ਸਾਰੇ ਗੁਰੂ ਸਾਹਿਬਾਨਾਂ ਦੇ ਨਾਮ ਇੱਥੇ ਲਿਖੇ ਹਨ। ਇੱਥੋਂ ਇਹ ਸਪਸ਼ਟ ਹੈ ਕਿ ਸਾਡੇ 10 ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦਾ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਦਸਮ ਗ੍ਰੰਥ ਸਾਹਿਬ ਮਹਾਰਾਜ ਅੰਦਰ ਹੀ ਜੋ ਅੰਮ੍ਰਿਤ ਛਕਣ ਦੀ ਅਤੇ ਖਾਲਸਾ ਪੰਥ ਚੱਲਣ ਦੀ ਜਿਹੜੀ ਬਿਰਤਾਂਤ ਹੈ, ਜੋ ਕਥਾ ਹੈ, ਸਤਿਗੁਰਾਂ ਨੇ ਉੱਥੇ ਵਰਣਨ ਕਰਨਾ ਕੀਤੀ ਹੈ। ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀਆਂ ਹੀ ਜਿਹੜੀਆਂ 3 ਬਾਣੀਆਂ ਹਨ, ਉਹ ਪੜ੍ਹ ਕੇ ਜੋ ਅੰਮ੍ਰਿਤ ਤਿਆਰ ਹੁੰਦਾ ਹੈ, ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ, ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਜੋ 5 ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਹਨਾਂ ਵਿੱਚੋਂ 3 ਬਾਣੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਹਨ। ਇਸ ਕਰਕੇ ਸਾਧ ਸੰਗਤ, ਆਪਾਂ ਇਹ ਸ਼ੰਕਾ ਦੇ ਵਿੱਚ ਨਾ ਪਈਏ ਅਤੇ ਸਤਿਗੁਰਾਂ ਦੇ ਜੋ ਗੁਰਬਾਣੀ, ਸਤਿਗੁਰਾਂ ਦੀ ਗੁਰੂ ਰੂਪ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਰੂਪ ਹਨ ਅਤੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਵੀ ਗੁਰੂ ਰੂਪ ਹਨ।
ਕਿਉਂਕਿ ਸਾਧ ਸੰਗਤ ਇੱਕ ਕਿਸੇ ਮੌਕੇ 'ਤੇ ਪ੍ਰਸ਼ਨ ਕਰਦੇ ਆ ਕਿ ਗੁਰਤਾ ਗੱਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਆ, ਤੇ ਅਸੀਂ ਫਿਰ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਮੰਨੀਏ, ਅਸੀਂ ਉਹਨਾਂ ਨੂੰ ਗੁਰੂ ਨਹੀਂ ਮੰਨਦੇ। ਸਾਧ ਸੰਗਤ ਭੁੱਲੀਏ ਨਾ, ਆਪਾਂ ਵਿਚਾਰ ਕਰਕੇ ਦੇਖ ਲਈਏ ਕਿ ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੀੜ, ਜੋ ਕਰਤਾਰਪੁਰ ਵਾਲੀ ਪੀੜ ਲਿਖਵਾ ਕਰਕੇ ਬਾਬਾ ਬੁੱਢਾ ਜੀ ਦੇ ਸਿਰ ਉੱਤੇ ਸੁਭਾਇਮਾਨ ਕਰਕੇ ਆਪ ਚੌਰ ਸਾਹਿਬ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾ ਕਰਕੇ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਲਗਾ ਕਰਕੇ ਹੁਕਮਨਾਮਾ ਲਿਆ ਅਤੇ ਆਪ ਚੌਰ ਸਾਹਿਬ ਦੀ ਸੇਵਾ ਕੀਤੀ, ਤੇ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਟੇਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਲੰਘੇ ਦੇ ਉੱਪਰ ਸੁਭਾਇਮਾਨ ਕਰਦੇ ਸਨ ਤੇ ਆਪ ਭੁੰਜੇ ਚਾਦਰ ਵਿਛਾ ਕੇ ਬਿਰਾਜਦੇ ਸਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਪਰ ਸਾਧ ਸੰਗਤ ਕਿ ਉਸ ਵੇਲੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੋਈ ਸੀ? ਨਹੀਂ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਬਾਣੀ ਜਿਹੜੀ ਹੈ ਧੁਰ ਤੋਂ ਹੀ ਗੁਰੂ ਹੈ। ਉਸ ਨੂੰ ਉਸ ਸਮੇਂ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਦੋਂ ਗੁਰਤਾ ਗੱਦੀ ਨਹੀਂ ਸੀ ਮਿਲੀ, ਤਾਂ ਵੀ ਸਤਿਗੁਰੂ ਗੁਰਬਾਣੀ ਨੂੰ ਮੱਥਾ ਟੇਕਦੇ ਸਨ, ਗੁਰਬਾਣੀ ਨੂੰ ਸਤਿਕਾਰ ਦਿੱਤਾ ਸੀ ਸਤਿਗੁਰਾਂ ਨੇ। ਤੇ ਇਸੇ ਪ੍ਰਕਾਰ ਨਾਲ ਜੋ ਸ੍ਰੀ ਦਸਮ ਗ੍ਰੰਥ ਸਾਹਿਬ ਹੈ, ਇਹ ਵੀ ਜੋ ਗੁਰਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਹੈ, ਸਤਿਗੁਰਾਂ ਦੀ ਗੁਰਬਾਣੀ ਗੁਰੂ ਰੂਪ ਹੈ। ਸਾਧ ਸੰਗਤ ਜੋ ਇਹ ਵਿਚਾਰ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਫਿਰ ਦਸਮ ਗ੍ਰੰਥ ਨੂੰ ਕਿਉਂ ਨਹੀਂ ਦਿੱਤੀ, ਉਸ ਦੇ ਵਿੱਚ ਉਹਨਾਂ ਨੂੰ ਗੁਰੂ ਕਿਉਂ ਨਹੀਂ ਆਖਿਆ? ਕਿਉਂਕਿ ਸਾਧ ਸੰਗਤ ਜਿਹੜੀ ਗੁਰਤਾ ਗੱਦੀ ਹੈ ਉਹ ਕਿਸੇ ਨੂੰ ਦਿੱਤੀ ਜਾਂਦੀ ਹੈ, ਆਪਦੇ ਆਪ ਨੂੰ ਗੁਰਤਾ ਗੱਦੀ ਨਹੀਂ ਕੋਈ ਦਿੰਦਾ। ਜੋ ਉਸ ਦੇ ਅੰਦਰ ਗੁਰਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਉਹਨਾਂ ਦੀ ਆਪਣੀ ਹੈ, ਆਪਣੀ ਬਾਣੀ ਨੂੰ ਗੁਰਤਾ ਗੱਦੀ ਕਿਵੇਂ ਦੇ ਸਕਦੇ ਸਨ? ਉਹਨਾਂ ਨੇ ਤਾਂ ਵੱਡੇ ਗੁਰੂ ਸਾਹਿਬਾਨਾਂ ਦੀ ਜੋ ਗੁਰਬਾਣੀ ਹੈ ਉਸ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਤੇ ਇਸ ਪ੍ਰਕਾਰ ਨਾਲ ਸਾਧ ਸੰਗਤ ਜੋ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਹੈ ਨਾ, ਉਹ ਵੀ ਗੁਰੂ ਰੂਪ ਹੀ ਹੈ, ਅਤੇ ਗੁਰੂ ਰੂਪ ਹੀ ਉਹਨਾਂ ਦਾ ਪ੍ਰਕਾਸ਼ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਹੀ ਹੁੰਦਾ ਹੈ। ਜੋ ਆਦਿ ਕਾਲ ਤੋਂ ਲੈ ਕਰਕੇ ਹੀ ਜਿਹੜੇ 5 ਤਖਤ ਸਾਹਿਬਾਨ ਹਨ, 5 ਤਖਤਾਂ ਸਾਹਿਬਾਨਾਂ ਤੇ ਹੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਹੀ ਹੁੰਦਾ ਰਿਹਾ ਹੈ। ਪਰ ਹੁਣ ਸਾਧ ਸੰਗਤ ਜੋ ਅਕਾਲੀ ਲਹਿਰ ਤੋਂ ਬਾਅਦ ਜੋ ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਤੇ ਜੋ ਲਹਿਰਾਂ ਚੱਲੀਆਂ, ਉਹਨਾਂ ਤੋਂ ਬਾਅਦ ਆਪਾਂ ਧਿਆਨ ਕਰੀਏ ਕਿ ਜਿਹੜੇ ਪੰਜਾਬ ਦੇ ਅੰਦਰ ਜੋ ਤਖਤ ਸਾਹਿਬਾਨ ਹਨ, ਕੇਵਲ ਉਹਨਾਂ ਦੇ ਅੰਦਰੋਂ ਹੀ ਦਸਮ ਗ੍ਰੰਥ ਸਾਹਿਬ ਨੂੰ ਚੁਕਵਾਇਆ ਗਿਆ ਹੈ। ਤੇ ਜਿਹੜੇ ਪੰਜਾਬ ਤੋਂ ਬਾਹਰ ਹਨ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਅਬਚਲ ਨਗਰ, ਇਹਨਾਂ ਦੋਨਾਂ ਤਖਤਾਂ ਤੇ ਅੱਜ ਵੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਹੀ ਹੁੰਦਾ ਹੈ। ਇਸ ਪ੍ਰਕਾਰ ਨਾਲ ਸਾਧ ਸੰਗਤ ਜੋ ਦਸਮ ਬਾਣੀ ਹੈ ਉਹ ਗੁਰੂ ਰੂਪ ਹੈ, ਉਹ ਬਰਾਬਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਤੇ ਸਾਰੀ ਹੀ ਗੁਰਬਾਣੀ ਨੂੰ ਗੁਰੂ ਰੂਪ ਮੰਨ ਕਰਕੇ ਹੀ ਸਾਧ ਸੰਗਤ ਸਤਿਕਾਰ ਕਰਨਾ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਇੱਥੇ ਬਚਨ ਫਰਮਾ ਰਹੇ ਹਨ ਕਿ ਮੈਂ ਹੋਰ ਕਿਸੇ ਦੇਵੀ ਦੇਵਤੇ ਅਵਤਾਰ ਨੂੰ ਨਹੀਂ ਮੰਨਦਾ, ਕੇਵਲ ਅਕਾਲ ਪੁਰਖ ਦਾ ਹੀ ਉਪਾਸਕ ਹਾਂ ਜੀ। ਦੋਹਰਾ ਸਗਲ ਦੁਆਰ ਕੋ ਛਾੜ ਕੇ ਕਹਿਓ ਤੁਹਾਰੋ ਦੁਆਰ। ਸਤਿਗੁਰੂ ਫਰਮਾ ਰਹੇ ਹਨ ਕਿ हे ਪਰਮੇਸ਼ਰ, ਸਗਲ ਦੁਆਰ ਕੋ ਛਾੜ ਕੇ, ਸਾਰੇ ਦੁਆਰਿਆਂ ਨੂੰ, ਸਾਰੇ ਜੋ ਸੰਸਾਰ ਦੇ ਅੰਦਰ ਦੇਵਤੇ ਪੈਗੰਬਰ ਆਏ, ਉਹਨਾਂ ਨੇ ਆਪੋ ਆਪਦੇ ਮੰਦਰ ਮਸੀਤਾਂ ਬਣਾਈਆਂ, ਆਪੋ ਆਪਦੇ ਦੁਆਰੇ ਬਣਾਏ, ਮੈਂ ਸਾਰੇ ਦੁਆਰਿਆਂ ਨੂੰ ਅਥਵਾ ਸਾਰੇ ਮੈਂ ਜਿਹੜੇ ਆਸਰੇ ਹਨ ਸਾਰਿਆਂ ਨੂੰ ਛੱਡ ਕੇ ਗਹਿਓ ਤੁਹਾਰੋ ਦੁਆਰ, हे ਪਰਮੇਸ਼ਰ, ਤੁਹਾਡੇ ਦੁਆਰੇ ਉੱਪਰ ਤੁਹਾਡੇ ਚਰਨਾਂ ਵਿੱਚ ਮੈਂ ਆਇਆ ਹਾਂ। ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਕਹੇ ਕੀ, ਬਾਂਹ ਫੜੀ ਦੀ, हे ਪਰਮੇਸ਼ਰ ਲਾਜ ਰੱਖ ਲੋ, ਆਸ ਸਾਡੀ ਗੁਰੂ ਗੋਬਿੰਦ ਦਾਸ ਤੁਹਾਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਦੇ ਆਪ ਨੂੰ ਦਾਸ ਲਿਖਦੇ ਹੋਏ, ਪਰਮੇਸ਼ਰ ਦਾ ਦਾਸ ਲਿਖਦੇ ਹੋਏ ਇੱਥੇ ਬਚਨ ਕਰ ਰਹੇ ਹਨ ਕਿ ਬਾਹੇ ਗਹੇ ਕੀ, ਇਹ ਪਰਮੇਸ਼ਰ ਬਾਂਹ ਫੜੀ ਹੋਈ ਦੀ ਤੁਸੀਂ ਲਾਜ ਰੱਖ ਲਿਓ, ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ, ਸਾਡੀ ਲਾਜ ਰੱਖ ਲਓ। ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੋ ਗੁਰਬਾਣੀ ਹੈ ਉਹ ਇਸ ਜੋ ਰਹਿਰਾਸ ਸਾਹਿਬ ਜੀ ਦੇ ਅੰਦਰ ਆ ਰਹੀ ਸੀ, ਇੱਥੇ ਜੋ ਉਹਨਾਂ ਦੀ ਗੁਰਬਾਣੀ ਸੰਪੂਰਨ ਹੋ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ। ਅਤੇ ਹੁਣ ਤੱਕ ਜੋ ਆਪਾਂ ਸਰਵਣ ਕੀਤਾ ਸਾਧ ਸੰਗਤ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸ੍ਰੀ ਰਹਿਰਾਸ ਸਾਹਿਬ ਦੇ ਅੰਦਰ ਜੋ 9 ਸ਼ਬਦ ਗੁਰੂ ਸਾਹਿਬਾਨ ਗੁਰੂ ਮਹਾਰਾਜ ਦੇ ਅੰਦਰ ਦਰਜ ਹਨ, ਅਤੇ ਉਸ ਤੋਂ ਉਪਰੰਤ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਮਣੀ ਸਿੰਘ ਸਾਹਿਬ ਨੂੰ ਹੁਕਮ ਲਾ ਕਰਕੇ ਜੋ ਉਹਨਾਂ 9 ਸ਼ਬਦਾਂ ਤੋਂ ਅੱਗੇ ਜੋ ਚੌਪਈ ਸਾਹਿਬ ਅਤੇ ਜੋ ਹੋਰ ਸ਼ਬਦ ਅੱਜ ਸਰਵਣ ਕੀਤੇ ਹਨ, ਇਹਨਾਂ ਦੀ ਮਰਿਆਦਾ ਜੋ ਕਾਇਮ ਕੀਤੀ ਸੀ ਭਾਈ ਮਣੀ ਸਿੰਘ ਜੀ ਦੁਆਰਾ, ਉਹ ਆਪਾਂ ਅੱਜ ਤੱਕ ਹੁਣ ਸਰਵਣ ਕਰ ਲਈ ਹੈ। ਅਤੇ ਇਸ ਤੋਂ ਅਗਲੇਰਾ ਜੋ ਰਾਮਗਲੀ ਮਹੱਲਾ ਤੀਜਾ ਆਨੰਦ ਸਾਹਿਬ ਦੀ ਗੁਰਬਾਣੀ ਅੰਦਰੋਂ ਜੋ 6 ਪੌੜੀਆਂ ਆ ਰਹੀਆਂ ਹਨ,
ਉਹ ਸਾਧ ਸੰਗਤ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਕਿਰਪਾ ਕਰਨ। ਗੁਰਬਾਣੀ ਦਾ ਉਚਾਰਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਹਨ, ਬਖਸ਼ ਲੈਣ। ਸਤਿਗੁਰੂ ਦੀ ਸੰਗਤ ਬਖਸ਼ਣਯੋਗ ਹੈ। ਆਪਣਾ ਬੱਚਾ ਜਾਣ ਕਰਕੇ ਤੇ ਮਾਫ ਕਰ ਦੇਣਾ। ਇੱਥੇ ਹੀ ਸਾਰੀ ਸਮਾਪਤੀ ਹੈ। ਸਤਿਗੁਰੂ ਬਖਸ਼ਿਸ਼ ਕਰਨ। ਸਾਰੀ ਸੰਗਤ ਨੂੰ ਇਸੇ ਤਰ੍ਹਾਂ ਉੱਦਮ ਬਖਸ਼ਿਸ਼ ਕਰਕੇ ਤੇ ਇਹਨਾਂ ਦੀਵਾਨਾਂ ਅੰਦਰ, ਕਥਾ ਵਿਚਾਰਾਂ ਅੰਦਰ ਪਹੁੰਚ ਕਰਕੇ ਤੇ ਸਤਿਗੁਰੂ ਇਹਨਾਂ ਨੂੰ ਬਲ ਬਖਸ਼ਿਸ਼ ਕਰਨ, ਯਤਨ ਬਖਸ਼ਿਸ਼ ਕਰਨ। ਐਸੇ ਪ੍ਰਕਾਰ ਹੀ ਹੁਣ ਜੋ ਆਖਰੀ ਪੰਕਤੀਆਂ ਪੜ੍ਹ ਕੇ ਸਾਰੀ ਸਮਾਪਤੀ ਹੈ ਜੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾਗੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ, ਹੈ ਵੀ ਹੋਵਨਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ